सतनाम वाहिगुरु सतनाम सतनाम धन वाहिगुरु साहिब जियो हम अवगुण परे एक गुण नाही अमृत छाड़ बिखै बिख खाई हम अवगुण परे एक गुण नाही अमृत छाड़ बिखै बिख खाई माया मोह परम पै भूले सुत दारा सो प्रीत लगाई एक उत्तम पंथ सुनियो गुर संगत तेह मिलंत जम त्रास मिटाई हर नाम रसिक गोबिंद गुण गाहक चाहक हर नाम रसिक गोबिंद गुण गाहक चाहक तत् समत सरे कब कल ठकुर हर दास तने गुर रामदास सार अपार परे धन धन रामदास गुर जिन सिरिया तिन सवारिया पूरी होई करामात आप सिरजनहार धारिया सिखी अतै संगति पार ब्रह्म कर नमस्कारिया अटल अथाह अतोल तू तेरा अंत न पहरा वारिया जिनी तू सेविया भाओ कर से तुद पार उतारिया जिनी तू सेविया भाओ कर जिनी तू सेविया भाओ कर से तुद पार उतारिया सजन सच्चा पातशाह सिर शाहां दै शाह जिस पास बैठिया सोहिया सबना दा वेसाह सजन सच्चा पातशाह सिर शाहां दै शाहो जिस पास बैठिया सोहिया सबना दा वेसाह सतनाम श्री वाहिगुरु साहिब जी जैत सरी
ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਅਰੈ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰਾ ਹੀਅਰੈ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰ ਪੂਰੈ ਹਰ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ। ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨਾ ਸੇਵੇ ਕਬਹੂ। ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ। ਤਿਨ ਸਫਲਿਓ ਜਨਮ ਸਨਾਥਾ। ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ। ਹਰ ਦਇਆ ਧਾਰ ਜਗਨਨਾਥਾ। ਹਮੇ ਅੰਧਲੇ ਗਿਆਨਹੀਨ ਅਗਿਆਨੀ। ਕਿਉ ਚਾਲਹਿ ਮਾਰਗ ਪੰਥਾ। ਹਮੇ ਅੰਧਲੇ ਕਉ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਿਲੰਥਾ। ਹਮੇ ਅੰਧਲੇ ਗਿਆਨਹੀਨ ਅਗਿਆਨੀ। ਕਿਉ ਚਾਲਹਿ ਮਾਰਗ ਪੰਥਾ। ਹਮੇ ਅੰਧਲੇ ਕਉ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर
ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤ ਵੇਲੇ ਹੁਕਮ ਦੀ ਦਾਤ ਬਖਸ਼ੀ ਹੈ, ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਨੇ ਇਸ ਅੰਮ੍ਰਿਤ ਬਚਨ ਦੇ ਅੰਦਰ ਸਮਰੱਥ ਸਤਿਗੁਰਾਂ ਦੀ ਜੋ ਕਿਰਪਾ ਹੈ, ਬਖਸ਼ੀਸ਼ ਹੈ, ਉਸ ਦਾ ਵਰਣਨ ਕੀਤਾ। ਸਤਿਗੁਰੂ ਹੀ ਨਾਮ ਦੇ ਦਾਤੇ ਨੇ ਤੇ ਜੋ ਨਾਮ ਸਤਿਗੁਰਾਂ ਨੇ ਦ੍ਰਿੜ ਕਰਾ ਦਿੱਤਾ, ਉਸ ਨਾਮ ਨੇ ਸਾਰੇ ਕਰਜ਼ ਉਤਾਰ ਦਿੱਤੇ। ਨਾਮ ਹਰ ਪਦਾਰਥ ਦਾ ਦਾਤਾ ਹੈ। ਜਿਨ੍ਹਾਂ ਰੂਹਾਂ ਨੇ ਗੁਰੂ ਦੇ ਚਰਨ ਪਰਸੇ, ਉਹਨਾਂ ਦਾ ਜਨਮ ਸਕਾਰਥਾ ਹੋ ਗਿਆ। ਜੋ ਇਨਸਾਨ ਸਤਿਗੁਰੂ ਦੀ ਚਰਨ ਸਪਰਸ਼ਤਾ ਤੋਂ ਵਿਹੂਣੇ ਚਲੇ ਗਏ, ਉਹਨਾਂ ਦੀ ਜ਼ਿੰਦਗੀ ਅਕਾਰਤ ਚਲੀ ਗਈ। ਅਖੀਰ ਤੇ ਬੇਨਤੀ ਕੀਤੀ, ਮਾਲਕ ਜੀ, ਸਾਡੇ ਕੋਲ ਗਿਆਨ ਦੇ ਚਕਸ਼ੂ, ਗਿਆਨ ਦੇ ਨੈਣ ਨਹੀਂ, ਆਪ ਆਪਣਾ ਲੜ ਪੱਲਾ ਪਕੜਾ ਦਿਓ ਤਾਂ ਜੋ ਸਤਿਗੁਰੂ ਆਪ ਜੀ ਨਾਲ ਮਿਲ ਕੇ ਅਸੀਂ ਵੀ ਰੂਹਾਨੀਅਤ ਦੇ ਮਾਰਗ ਤੇ, ਪੰਥ ਤੇ, ਰਸਤੇ ਤੇ ਚੱਲ ਸਕੀਏ। ਅਖੀਰ ਤੇ ਇਤਨੀ ਨਿਰਮਾਣਤਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਅਸੀਂ ਦਾਸਾਂ ਦੇ ਅੱਗੋਂ ਉਹਨਾਂ ਦੇ ਦਾਸ, ਅਸੀਂ ਉਸਾਂ ਤੋਂ ਅੱਗਾਂ ਵੀ ਦਾਸ ਖਾਂ। ਆਓ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪ ਜੀ ਕਿਰਪਾ ਵਰਤਾਓ। ਹਜ਼ੂਰ ਆਪ ਜੀ ਦੀ ਅੰਮ੍ਰਿਤ ਬੋਲ ਹੈ, ਆਪ ਵਿੱਚ ਵਰਤ ਕੇ ਮਨ ਦਾ ਟਿਕਾ ਬਖਸ਼ ਕੇ ਕਥਨ ਔਰ ਸਰੋਤ ਨੂੰ ਪੂਰਨ ਇਕਾਗਰਤਾ ਦੀ ਦਾਤ ਬਖਸ਼ੋ। ਪਿਆਰ ਅਦਬ ਸਹਿਤ ਅਸੀਸ ਬਖਸ਼ਦੇ ਹੋਏ ਸਾਧ ਸੰਗਤ ਜੀ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਅੰਮ੍ਰਿਤ ਬਚਨ ਜੈਤ ਸਰੀ ਰਾਗ ਵਿੱਚ ਉਚਾਰਨ ਕੀਤੇ ਨੇ। ਇਸ ਸ਼ਬਦ ਨੂੰ ਘਰ ਪਹਿਲੇ ਵਿੱਚ ਗਾਇਨ ਦੀ ਹਦਾਇਤ ਕੀਤੀ ਹੈ ਔਰ ਇਹ ਅੰਮ੍ਰਿਤ ਬਚਨ ਜੋ ਹੈ ਇਹ ਸਤਿਗੁਰਾਂ ਨੇ ਚੌਪਦੇ, 4 ਪਦਿਆਂ ਦੇ ਵਿੱਚ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਜੈਤ ਸਰੀ ਰਾਗ ਹੈ, ਇਹ 11ਵੇਂ ਨੰਬਰ ਤੇ ਆਉਂਦਾ ਹੈ। ਇਸ ਰਾਗ ਦੇ ਅੰਦਰ
ਗੁਰੂ ਰਾਮਦਾਸ ਜੀ ਦੀ ਬਾਣੀ, ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਬਾਣੀ, ਤੇ ਉਸ ਤੋਂ ਇਲਾਵਾ ਇਸ ਰਾਗ ਦੇ ਅੰਦਰ ਕੇਵਲ ਭਗਤ ਰਵਿਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਕੋਈ ਬਾਣੀ ਹੈ। ਹਜ਼ੂਰ ਨੇ ਜੈਤਸਰੀ ਰਾਗ ਦੇ ਅੰਦਰ ਇਸ ਅੰਮ੍ਰਿਤ ਬਚਨ ਨੂੰ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ। ਇਕ ਓੰਕਾਰ ਸਤਿਗੁਰ ਪ੍ਰਸਾਦ। ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸ ਵਿਆਪਕ ਹੈ, ਉਸ ਵਰਗਾ ਹੋਰ ਦੂਜਾ ਕੋਈ ਨਹੀਂ। ਉਹ ਇੱਕ ਸਾਰੀਆਂ ਥਾਵਾਂ ਤੇ ਵਰਤਦਾ ਹੈ, ਇੱਕ ਹੋ ਕੇ ਅਨੇਕਾਂ ਵਿੱਚ ਵੀ ਹੈ, ਤੇ ਅਨੇਕ ਹੋ ਕੇ ਫਿਰ ਵੀ ਉਹ ਇੱਕ ਹੈ। ਜਿਸ ਨੂੰ ਆਪਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ 'ਚ ਪੜ੍ਹਨੇ ਹਾਂ, ਅਮਾਨ ਹੈ, ਨਿਦਾਨ ਹੈ, ਅਨੇਕ ਹੈ, ਫਿਰ ਏਕ ਹੈ। ਅਨੇਕਾਂ ਵਿੱਚ ਹੈ, ਫਿਰ ਇੱਕ ਹੈ। ਉਹ ਇਸੇ ਤਰ੍ਹਾਂ ਕਿ ਜਿਵੇਂ ਖੱਬ ਸਮਾਣੀ ਜੋਤ, ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਪੂਰਨਮਾਸ਼ੀ ਦੀ ਰਾਤ ਦਾ ਚੰਦਰਮਾ ਅਸਮਾਨ ਵੱਲ ਦੇਖਾਂਗੇ ਤੇ ਇੱਕ ਨਜ਼ਰ ਆਏਗਾ, ਤੇ ਜੇ ਅਸੀਂ ਜ਼ਮੀਨ ਤੇ ਰੱਖੇ ਕੋਈ ਘੜੇ ਜਿਹੜੇ ਪਾਣੀ ਨਾਲ ਭਰੇ ਨੇ, ਨਿਰਮਲ ਜਲ ਦੇ ਨਾਲ ਭਰੇ ਹੋਏ ਨੇ, ਉਹਨਾਂ ਦੇ ਉੱਪਰੋਂ ਚਪਣੀ ਜਾਂ ਢੱਕਣ ਚੁੱਕਾਂਗੇ, ਉੱਤੇ ਦਿਸਣ ਵਾਲਾ ਚੰਦਰਮਾ ਇੱਕ ਹੈ, ਤੇ ਘੜੇ ਭਾਵੇਂ ਅਣਗਿਣਤ ਹੋਣ, ਅਣਗਿਣਤ ਘੜਿਆਂ ਦੇ ਵਿੱਚ ਵੀ ਉਸ ਚੰਦਰਮਾ ਦਾ ਪ੍ਰਤੀਬਿੰਬ ਦਿਸਦਾ ਹੈ। ਤਾਂ ਅਰਜ਼ ਕੀਤੀ ਇੱਕ ਹੈ ਤੇ ਇੱਕ ਰਸ ਵਿਆਪਕ ਹੈ। ਜਦੋਂ ਅਸੀਂ ਇੱਕ ਓੰਕਾਰ ਦੇ ਅਰਥ ਕਰਨੇ ਆ, ਇੱਕ ਹੈ, ਇੱਕ ਰਸ ਵਿਆਪਕ ਹੈ, ਇੱਕ ਹੋ ਕੇ ਅਨੇਕਾਂ ਵਿੱਚ ਵਰਤਦਾ ਹੈ। ਇਹਨੂੰ ਥੋੜਾ ਜਿਹਾ ਫਿਰ ਬਾਣੀ ਚੋਂ ਦੇਖ ਲਈਏ। ਹਜ਼ੂਰ ਦਾ ਇੱਕ ਬਚਨ ਹੈ, ਜਲ ਤੇ ਉਠੈ ਅਨਕ ਤਰੰਗਾ, ਕਨਕ ਭੂਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਜਿਵੇਂ ਸਮੁੰਦਰ ਇੱਕ ਹੈ ਪਰ ਲਹਿਰਾਂ ਅਨੇਕਾਂ ਨੇ। ਫਿਰ ਇਸ ਬੇਨਤੀ ਨੂੰ ਜੀ, ਲਹਿਰ ਸਮੁੰਦਰ ਤੋਂ ਬਿਨਾਂ ਕਦੀ ਹੋ ਹੀ ਨਹੀਂ ਸਕਦੀ। ਲਹਿਰ ਦੀ ਪੈਦਾਇਸ਼ ਤੋਂ ਪਹਿਲਾਂ ਸਮੁੰਦਰ ਦੀ ਹੋਂਦ ਲਾਜ਼ਮੀ ਹੈ। ਸਮੁੰਦਰ ਇੱਕ ਹੈ, ਲਹਿਰਾਂ ਅਨੇਕਾਂ ਨੇ। ਦੂਸਰੀ ਬੇਨਤੀ, ਗਹਿਣੇ ਕਈ ਤਰ੍ਹਾਂ ਦੇ ਨੇ। ਸੱਚ ਇਹ ਵੇ ਸਾਰੇ ਗਹਿਣੇ ਨਾਂ ਵੱਖਰੇ ਨੇ, ਆਕਾਰ ਵੱਖਰੇ ਨੇ, ਪਰ ਬਣੇ ਤਾਂ ਆਖਰ ਇੱਕ ਸੋਨੇ ਦੇ ਨੇ ਨਾ। ਜਲ ਤੇ ਉਠੈ ਅਨਕ ਤਰੰਗਾ, ਕਨਕ ਭੂਖਨ ਕੀਨੇ ਬਹੁ ਰੰਗਾ। ਇੱਕ ਸੋਨੇ ਦੀ ਡਲੀ ਵਿੱਚੋਂ ਕਈ ਤਰ੍ਹਾਂ ਦੇ ਗਹਿਣੇ ਬਣਾ ਦਿੱਤੇ, ਕਈ ਤਰ੍ਹਾਂ ਦੀ ਉਹਦੇ ਉੱਪਰ ਮੀਨਾਕਾਰੀ ਡਿਜ਼ਾਈਨ ਬਣਾ ਦਿੱਤੇ, ਪਰ ਪਿਆਰਿਓ ਵੱਖਰੇ ਵੱਖਰੇ ਆਕਾਰ ਹੋਣ ਕਰਕੇ ਕਹਾਣਗੇ ਤਾਂ ਸੋਨੇ ਦੇ ਨਾ। ਤੀਸਰਾ ਬਚਨ ਕਿ ਜੇ ਜ਼ਮੀਨ ਵਿੱਚ ਬੀਜ ਬੀਜੀਏ, ਉਹ ਬੀਜ ਕਈ ਸਾਲ ਵਿਸਥਾਰ ਕਰੇ, ਪਰ ਜਦੋਂ ਉਸ ਰੁੱਖ ਨੂੰ ਫਲ ਲੱਗੇਗਾ, ਫਲ ਪੱਕੇਗਾ, ਇੰਨੇ ਵਿਸਤਾਰ ਤੋਂ ਬਾਅਦ ਰਹੇਗਾ ਉਹੀ ਬੀਜ ਜਿਹੋ ਜਿਹਾ ਧਰਤੀ ਵਿੱਚ ਪਾਇਆ ਹੈ। ਬੀਜ ਇੱਕ ਹੈ, ਰੁੱਖ ਦਾ ਵਿਸਤਾਰ ਅਨੇਕ ਹੈ, ਫਿਰ ਅਨੇਕਤਾ ਦੇ ਵਿੱਚੋਂ ਉਹ ਇੱਕ ਹੈ। ਸੋਨੇ ਦੀ ਡਲੀ ਇੱਕ ਹੈ, ਉਸ ਦੇ ਗਹਿਣੇ ਜਿਹੜੇ ਨੇ ਉਹ ਅਨੇਕਾਂ ਨੇ, ਪਰ ਅਨੇਕ ਗਹਿਣੇ ਹੋ ਕੇ ਵੀ ਸੋਨੇ ਦੇ ਹੀ ਹਨ। ਸਮੁੰਦਰ ਇੱਕ ਹੈ, ਲਹਿਰਾਂ ਅਨੇਕਾਂ ਨੇ, ਪਰ ਅਨੇਕਾਂ ਲਹਿਰਾਂ ਹੋਣ ਦੇ ਬਾਵਜੂਦ ਵੀ ਫਿਰ ਵੀ ਸਮੁੰਦਰ ਇੱਕ ਹੈ। ਇੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਇੱਕ ਓੰਕਾਰ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ। ਉਸ ਨੂੰ ਪਾਉਣ ਦਾ ਵਸੀਲਾ, ਉਸ ਤੱਕ ਪਹੁੰਚਣ ਦਾ ਜਿਹੜਾ ਤਰੀਕਾ ਹੈ, ਉਹ ਸਤਿਗੁਰਾਂ ਨੇ ਸ਼ਬਦ ਵਰਤੇ, ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ, ਸਤਿਗੁਰਾਂ ਦੀ ਮਿਹਰ ਤੇ ਸਤਿਗੁਰਾਂ ਦੀ ਨਜ਼ਰ ਨਾਲ ਹੀ ਉਸ ਦੀ ਪ੍ਰਾਪਤੀ ਹੈ। ਮੇਰਾ ਹੀਰ ਰਤਨ ਨਾਮ ਹਰ ਬਸਿਆ। ਇੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਸ ਸ਼ਬਦ ਨੂੰ ਆਪਣੇ ਤੇ ਟੁਕਾ ਕੇ ਉਚਾਰਨ ਕਰ ਰਹੇ ਆ। ਮੇਰਾ
ਹੀਅਰ ਹੈ ਰਤਨ ਨਾਮ ਹਰ ਬਸਿਆ। ਹੀਅਰ ਹੈ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਿਆ ਖਿਰਦਾ। ਇਹਨੂੰ ਬਾਣੀ ਚ ਰਿਦਾ ਵੀ ਕਿਹਾ ਹੈ, ਖਿਰਦਾ ਵੀ ਕਿਹਾ ਹੈ, ਹੀਅ ਵੀ ਕਿਹਾ ਹੈ। ਮੇਰਾ ਹੀਅਰ ਹੈ, ਇਹਦਾ ਅਰਥ ਹੈ ਮੇਰੇ ਹਿਰਦੇ ਵਿੱਚ ਰਤਨ, ਪਰਮੇਸ਼ਵਰ ਦਾ ਜਿਹੜਾ ਨਾਮ ਰਤਨ ਹੈ ਉਸ ਦਾ ਨਿਵਾਸ ਹੋ ਗਿਆ ਹੈ। ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ। ਇਹਦੇ ਅਰਥ ਕਰਾਂਗੇ ਪਰਮੇਸ਼ਵਰ ਦਾ ਜੋ ਨਾਮ ਰਤਨ ਹੈ, ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਨੇ, ਉਹ ਮੇਰੇ ਹਿਰਦੇ ਵਿੱਚ ਵਸਿਆ ਹੈ। ਗੁਰ ਹਾਥ ਧਰਿਓ ਮੇਰਾ ਮਾਥਾ। ਗੁਰ ਹਾਥ ਧਰਿਓ ਮੇਰਾ ਮਾਥਾ। ਗੁਰ ਦੇ ਰਾਰੇ ਨੂੰ ਸਿਹਾਰੀ ਹੈ। ਗੁਰੂ ਜੀ ਨੇ, ਸਮਰੱਥ ਗੁਰੂ ਨੇ ਆਪਣਾ ਜਿਹੜਾ ਹੱਥ ਹੈ ਉਹ ਮੇਰੇ ਮੱਥੇ ਦੇ ਉੱਤੇ ਰੱਖ ਦਿੱਤਾ। ਸਤਿਗੁਰੂ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਨੇ, ਇਹ ਨਾਮ ਕਿਵੇਂ ਹਿਰਦੇ ਵਿੱਚ ਵਸਿਆ। ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਮੇਰੇ ਸਤਿਗੁਰਾਂ ਨੇ ਮੇਰੇ ਮਸਤਕ ਦੇ ਉੱਤੇ ਆਪਣਾ ਰਹਿਮਤ ਭਰਿਆ ਹੱਥ ਟਿਕਾ ਦਿੱਤਾ ਹੈ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਹੁਣ ਸਤਿਗੁਰੂ ਜੀ ਦੇ ਘਰ ਵਿੱਚ, ਹੱਥ ਵਿੱਚ ਕਿੰਨੀ ਕੁ ਬਰਕਤ ਹੈ। ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਏਦੂ ਵੱਡੀ ਕਿਰਪਾ ਬਖਸ਼ਿਸ਼ ਕਿਸੇ ਕੋਲ ਨਹੀਂ ਜੋ ਸਮਰੱਥ ਸਤਿਗੁਰਾਂ ਦੇ ਹੱਥ ਵਿੱਚ ਹੈ। ਪਹਿਲਾਂ ਸਿਰਫ ਆਪਾਂ ਅੱਖਰੀ ਅਰਥ ਕਰ ਰਹੇ ਹਾਂ। ਮਹਾਰਾਜ ਕਰਨ ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ। ਜਿਹੜੇ ਕਈ ਜਨਮਾਂ ਦੇ ਕੀਤੇ ਹੋਏ ਗੁਨਾਹ ਸਨ, ਕਈ ਜਨਮਾਂ ਦੇ ਕੀਤੇ ਹੋਏ ਪਾਪ ਨੇ, ਇਹ ਅਸੀਂ ਸਰਬ ਸਾਂਝਾ ਉਪਦੇਸ਼ ਵੀ ਸਮਝੀਏ। ਉਹ ਸਾਰੇ ਦੇ ਸਾਰੇ ਜਿਹੜੇ ਗੁਨਾਹ ਨੇ ਜੀ, ਜਿੰਨੇ ਕੀਤੇ ਹੋਏ ਪਾਪ ਹਨ, ਗੁਰ ਨਾਮ ਦਿਓ ਰਿਨ ਲਾਥਾ। ਹੁਣ ਸਤਿਗੁਰਾਂ ਨੇ ਇੱਕ ਤਾਂ ਉਹ ਸਾਰੇ ਪਾਪ ਕਿਲਵਿਕ ਜਿਹੜੇ ਨੇ ਉਹ ਉਤਾਰ ਦਿੱਤੇ। ਦੂਸਰੀ ਕਿਰਪਾ ਕੀਤੀ, ਜਿਹੜਾ ਕਈ ਜਨਮਾਂ ਦਾ ਕਰਜ਼ ਚੜਿਆ ਸੀ ਨਾ, ਰਿਨ ਦਾ ਲਫ਼ਜ਼ੀ ਅਰਥ ਅਸੀਂ ਕਰਜ਼ ਕਰਨੇ। ਉਂਝ ਵੈਸੇ ਪੁਰਾਣੇ ਵਿਦਵਾਨ ਸੱਜਣ ਇਹਨੂੰ ਪਿੱਤਰ ਰਿਨ ਵਿੱਚ ਵੀ, ਹੋਰ ਕਰਜ਼ ਵਿੱਚ ਵੀ ਲੈਂਦੇ ਸਨ। ਪਰ ਮੈਂ ਬੇਨਤੀ ਕਰਾਂਗਾ ਇਸ ਨੂੰ ਗੁਰਮਤ ਦੇ ਨਜ਼ਰੀਏ ਨਾਲ ਦੇਖੀਏ। ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਜਦੋਂ ਸਤਿਗੁਰਾਂ ਨੇ ਨਾਮ ਦੀ ਦਾਤ ਦਿੱਤੀ, ਕਿਹੜਾ ਕਰਜ਼ਾ ਉਤਰਿਆ ਭਾਈ? ਸਭ ਤੋਂ ਵੱਡਾ ਕਰਜ਼ ਇਹ ਹੁੰਦਾ ਹੈ ਕਿ ਕਿਸੇ ਦੀ ਲੈ ਕੇ ਦਾਤ ਉਸ ਨੂੰ ਵਾਪਸ ਨਾ ਮੋੜਨਾ। ਸਭ ਤੋਂ ਵੱਡੀ ਦਾਤ ਵਾਹਿਗੁਰੂ ਜੀ ਨੇ ਸਵਾਸ ਦਿੱਤੇ ਨੇ। ਸਭ ਤੋਂ ਵੱਡੀ ਦਾਤ ਪਰਮਾਤਮਾ ਜੀ ਨੇ ਸਾਨੂੰ ਸਰੀਰ ਦਿੱਤਾ ਹੈ। ਤੇ ਜਿਹੜਾ ਬੰਦਗੀ ਨਹੀਂ ਕਰੇਗਾ, ਯਾਦ ਰੱਖੋ ਉਹਦੇ ਸਿਰ ਦੇ ਉੱਤੇ ਕਰਜ਼ਾ ਹੀ ਦਿਨ ਬ ਦਿਨ ਚੜ੍ਹਨਾ ਹੈ। ਫਿਰ ਅਰਜ਼ ਸੁਣਿਓ, ਪਰਮਾਤਮਾ ਨੂੰ ਭੁੱਲ ਜਾਣਾ, ਵਿਸਾਰ ਦੇਣਾ ਸੱਚਮੁੱਚ ਕਰਜ਼ ਹੈ। ਪਰ ਜਦੋਂ ਪਰਮੇਸ਼ਵਰ ਦੇ ਨਾਮ ਨਾਲ ਜੁੜੇ ਤੇ ਸਤਿਗੁਰਾਂ ਨੇ ਮਿਹਰ ਕੀਤੀ, ਉਹ ਕਰਜ਼ਾ ਸਾਰਾ ਉਤਰ ਗਿਆ, ਬਿਲਕੁਲ ਹਲਕਾ ਫੁਲਕਾ ਅੰਦਰ ਹੋ ਗਿਆ। ਇਹ ਸਤਿਗੁਰਾਂ ਨੇ ਪਹਿਲੇ ਬਚਨ ਵਿੱਚ ਬਖਸ਼ਿਸ਼ ਕੀਤੀ ਹੈ। ਇਸ ਦੀ ਥੋੜੀ ਜਿਹੀ ਵਿਆਖਿਆ ਆਪਾਂ ਜ਼ਰੂਰ ਕਰ ਲਈਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਸੀਂ ਜਦੋਂ ਦਰਸ਼ਨ ਕਰਨੇ ਆ ਮਹਾਰਾਜ ਜੀ ਦੇ ਬਚਨਾਂ 'ਚ, ਗੁਰੂ ਜੀ ਦੇ ਹੱਥ ਦਾ ਵੀ ਜ਼ਿਕਰ ਆਉਂਦਾ ਤੇ ਸਤਿਗੁਰਾਂ ਦੇ ਚਰਨਾਂ ਦਾ ਜ਼ਿਕਰ ਵੀ ਬਹੁਤ ਆਉਂਦਾ ਹੈ। ਪਹਿਲੀ ਬੇਨਤੀ, ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਸੱਚੀ ਹੈ ਜੀ, ਸਤਿਗੁਰੂ ਦੀ ਕਿਰਪਾ ਕਰਨ ਦੇ ਅਨੇਕਾਂ ਤਰੀਕੇ ਨੇ। ਇਹਦੇ ਵਿੱਚ ਇੱਕ ਤਰੀਕਾ ਇਹ ਵੀ ਹੈ ਕਿ ਸਿੱਖ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਉਸ ਦੇ ਅੰਦਰ ਦੇ ਪਾਪ ਖਤਮ ਕਰ ਦੇਣੇ ਤੇ ਤੁਰ ਉਸ ਦੇ ਅੰਦਰ ਪਰਮੇਸ਼ਵਰ ਦੇ ਨਾਮ ਨੂੰ ਚਲਾ ਦੇਣਾ, ਨਾਮ ਟਿਕਾ ਦੇਣਾ। ਦੇਖੋ ਆਪਾਂ ਥੋੜਾ ਜਿਹਾ ਬਚਨ ਇਸ ਸਤਿਗੁਰਾਂ ਦੀ ਬਾਣੀ 'ਚ, ਆਸਾ ਕੀ ਵਾਰ ਦਾ ਕੀਰਤਨ ਹੁਣੇ ਦਰਬਾਰ ਸਾਹਿਬ ਸਭ ਨੇ ਸੁਣਿਆ। ਉਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ। ਦਾਸ ਕਈ ਵਾਰੀ ਉਸ ਸੰਬੰਧੀ ਅਰਜ਼ ਕਰਦਾ ਹੈ ਕਿ ਸਤਿਗੁਰੂ ਦੇ ਹੱਥ 'ਚ ਕੀ ਹੈ, ਕਿੰਨੀ ਕੁ ਵੱਡੀ ਸਮਰੱਥਾ ਹੈ। ਇੱਥੋਂ ਤੱਕ ਪਰਮੇਸ਼ਵਰ ਦੇ ਹੱਥ ਦਾ ਜ਼ਿਕਰ ਵੀ ਬਾਣੀ ਵਿੱਚ ਕੀਤਾ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ।
मेरे ठाकुर मेरे मालक दे खत विच सारियां रिधियां सिद्धियां ने। इत्थों तक जिवें गुरु जी दे हत्थ दा जिक्र कीता है, गुरमुखो परमेश्वर दे हत्थ दा जिक्र भी कीता है। चतुर दिशा कीनो बल अपना सिर ऊपर कर धारियो, सिर ऊपर कर धारियो, कृपा कटाख अवलोकन कीनो दास का दुख विधारियो। जदों असीं ये पाठ करने हैं, पार ब्रह्म परमेश्वर दी शक्ति बल चार चवेरे वरदा है, पर अपने सेवक अपने दास दे सिर दे उत्ते उन्हें हथ रखिया है, अपना हथ सेवक दे सिर दे उत्ते है, ते किरपा भरी नज़र नाल जदों वेख्या ते जिन्ने अंदर दे दुख पाप ने वो सारे चले गए। उस दी किरपा कटाख विच इन्नी वड्डी शक्ति है। मैं आप नूं जिहड़ी बेनती कर लगा, समर्थ सतगुरु ने हथ रखिया। गुरु नानक साहब जी की पौड़ी है। एक गल बड़ी पक्की है कि साडा शरीर जिहड़ा है ना जी, बहु गिनती च सब दी ते नहीं भी जिहड़ा परमेश्वर नाल जुड़िया ओदी बात वखरी। सच्ची मुच्ची साडे शरीर दे अंदर निरंतर विचारां दा हड़ चली जांदा है। ये माने जिन्हों मन कह लो जी, होर सौखा कर ली, मन है ही विचार, निरंतर प्रवाह चलता है। आप जी देखोगे कदी नैगेटिव प्रवाह चलेगा तो कदा बड़ी सकारात्मक सोच का चलेगा, कदी सच्ची मुच्ची वासना के फुरवे प्रभावित करी जाणगे, ते कदी इसे मन के अंदर बड़े चंगे फुरने इबादत दे बंदगी दे भलाई दे उठणगे। कदी यही मन किसे नूं मारन तक जाएगा ते अगली घड़ी अपने आप ही ज्ञान दे के कहेगा छड्ड परां तू की लेना है। इसे नूं सतगुरु ने बाणी विच कहा, मन जोगी मन भोगिया मन मूरख गावार, मन दाता मन मंगता मन सिर गुर करतार। किन्ने शब्द वरते जी। ये मन जोगी की तरह का है, जदों जुड़ जाता जोगी बन गया जी, सिमरन जुड़ गया, नाम जुड़ गया। वैसे जोगी का लफ्जी अर्थ ही जुड़िया होया हुंदा है। जोग का अर्थ भी जोड़ करने आपां। मन जोगी जदों शब्द नाल जुड़दा जोगी बन जाता है। यही मन जदों बाहर मुखी हो के भोगां विच खचित हो जाता है, प्यारिओ यही भोगी बन जाता है। मन जोगी मन भोगिया मन मूर्ख गावार। कई वारी इन्नी नीवी गल कर जाता है, सच्ची मुच्ची लोग कहते हैं भी किड्डी मूर्खता वाली गल इन्हें की है, गवारां वाली गल की है। मन जोगी मन भोगिया मन मूर्ख गावार मन दाता। कदी ये कुछ देन का जिक्र करता है, कदी ये मंगता बन जाता है। मन दाता मन मंगता मन सिर गुर करतार। पर जे इस मन दे उत्ते सतगुरु करतार दा हाथ होवे, सच्ची मुच्ची ये मन अडोल हो जाए। थोड़ा जा एक होर मैं अर्ज आप जी नूं करां, क्योंकि सब नूं पता है ये दरबार साहब आके मन नाली ते युद्ध करना प्यारिओ। कीर्तन कथा विच असली गल है जे मन नाल युद्ध करने। ये गुरमुख प्यारे कहंदे हुंदे सन, बहुत प्यारे शब्द। वो कहंदे सन कीर्तन कथा सुनदा एक तरीका है। तरीका की जी, चौंकड़ा मार के आप बैठे हैं, ये कन्नां नाल सुन रहे हैं, कीर्तन करने वाले दा फेस या कथा वाले नूं देख रहे हैं। वो कहंदे नहीं, सब तो पहला जदों बंदा संगत भी जाए ना, एक बेनती करके जाए, सतगुरु मैनू गुणा दा ग्राहक बना के भेजी, क्योंकि उत्थे बहुत कुछ मिलना है, देखण नूं मिलना है, सुनन नूं मिलना है। प्यारिओ सब तो पहला गुणा दा ग्राहक बन के जाए। ते जे भाई साहब कीर्तन कर रहे ने, वो बेनतियां दे शब्द पढ़ रहे आ, उंज आपां वैसे साडी मर्यादा कहंदी इक्को वेले एक काम करो, जां पाठ जां कीर्तन जां कथा। वो गुरमुखो बाहर मुखी तां एक हो सकता है, इस अंदर वाले मनवे नूं पुछ के देखो एक वेले किते इक्को काम करदा है, ये एक वेले किन्ना कुछ करी जांदा है जी। इनू तेज स्पीड पुछो कुछ ना। वो कहते सन जे मान लो बेनती दे शब्द पढ़ रहे हैं गुरमुख प्यारे, जिवें उदाहरण के तौर पर लेख है कतै न छूटिए खिन खिन भूलन खार, बख्शन हार बख्श लै नानक पार उतार। जे शब्द पढ़ रहे ने हम मैले तुम उजल करते हम निर्गुण तू दाता, जां शब्द पढ़ रहे ने मैं कीता ना जाता हराम खोर, जां शब्द पढ़ रहे ने मेरे राम ये नीच कर्म खर मेरे,
ਜਾਂ ਅਸੀਂ ਇਹ ਬਚਨ ਪੜ੍ਹ ਰਹੇ ਹਾਂ ਖੰਭ ਅਵਗੁਣ ਭਰੇ ਇਹ ਗੁਨਾਹੀ। ਕਹਿੰਦੇ ਨੇ ਜਦੋਂ ਇਹ ਸ਼ਬਦ ਕੀਰਤਨੀਏ ਗੁਰਸਿੱਖ ਪੜ੍ਹਨ, ਉਹ ਗਾਇਓ ਭਾਵੇਂ ਚੁੱਪ ਕਰਕੇ ਸੁਣੀਏ ਜਾਂ ਬੋਲੀਏ, ਅਸਲੀਅਤ ਇਹ ਵੇ ਉਸੇ ਵਕਤ ਅੰਦਰੋਂ ਸੁਰਤ ਟਿਕਾ ਕੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਬੇਨਤੀ ਕਰੀਏ, ਹੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਜੀ ਸ਼ਬਦ ਉਚਾਰਨ ਕਰ ਰਹੇ ਹੋ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਹਕੀਕਤ ਵਿੱਚ ਇਹ ਮੇਰੇ ਨੀਚ ਕਰਮ ਨੇ, ਤੁਸੀਂ ਕਿਰਪਾ ਕਰਕੇ ਮੈਨੂੰ ਇਹਨਾਂ ਕਰਮਾਂ ਤੋਂ ਮੁਕਤ ਕਰ ਦਿਓ। ਕਿਉਂਕਿ ਬੰਦੇ ਨੂੰ ਆਪਣੇ ਮਨ ਦਾ ਪਤਾ ਲੱਗ ਹੀ ਜਾਂਦਾ ਹੈ। ਤੇ ਜੇ ਸ਼ਬਦ ਪੜ੍ਹੇ ਜਾ ਰਹੇ ਨੇ ਪਿਆਰ ਵਾਲੇ, ਵੇਖੋ ਇਹ ਆਪਣੇ ਮਨ ਦੀ ਅਵਸਥਾ ਹੈ ਕਿ ਚੌਂਕੜਾ ਮਾਰ ਕੇ ਬੈਠਿਆਂ ਵੀ ਤਾਂ ਮਨ ਕੁਝ ਨਾ ਕੁਝ ਕਰ ਰਿਹਾ ਹੈ ਨਾ। ਜਿਹੜੇ ਸ਼ਬਦ ਪ੍ਰੀਤ ਦੇ ਪੜ੍ਹੇ ਜਾਂਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਛਟੈ, ਮੂੰਹ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੋਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਜਦੋਂ ਪ੍ਰੇਮ ਵਾਲੇ ਮੁਹੱਬਤ ਵਾਲੇ ਸ਼ਬਦ ਪੜ੍ਹੇ ਜਾਣ ਗੁਰਮੁਖੋ, ਉਦੋਂ ਕਹਿੰਦੇ ਸਨ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਮਿਹਰ ਕਰੋ, ਸਾਨੂੰ ਪ੍ਰੀਤ ਦੀ ਇਹ ਦਾਤ ਸਾਡੀ ਝੋਲੀ ਵਿੱਚ ਵੀ ਪਾ ਦਿਓ। ਫਿਰ ਬੇਨਤੀ ਔਗਣ ਆਪਣੇ ਨਾਲ ਜੋੜ ਕੇ ਉਹਨੂੰ ਨੈਗੇਟਿਵ ਨਹੀਂ ਲਿਜਾਣਾ। ਤੇ ਜਦੋਂ ਪਿਆਰ ਦੀ, ਨਾਮ ਦੀ, ਰੂਹਾਨੀਅਤ ਦੀ ਉੱਚੀ ਗੱਲ ਚੱਲੇ, ਬੇਨਤੀ ਕਰੀਏ ਸੱਚੇ ਪਾਤਸ਼ਾਹ ਇਹ ਸਾਨੂੰ ਵੀ ਦਾਤ ਬਖਸ਼ੋ। ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲੱਗਾ ਵਿਸ਼ੇ ਤੋਂ ਥੋੜਾ ਜਿਹਾ ਮੈਂ ਹਟਿਆ, ਇਸ ਕਰਕੇ ਵੀ ਆ ਮਨ ਦੀ ਗੱਲ ਚੱਲ ਪਈ। ਜਦੋਂ ਸਤਿਗੁਰੂ ਮਿਹਰ ਕਰਦੇ ਆ, ਅੱਜ ਹੈ ਜੀ ਮੱਥੇ ਤੇ ਹੱਥ ਰੱਖਿਆ, ਉਹ ਸਤਿਗੁਰੂ ਦੀ ਕਿਰਪਾ ਕਰਨ ਦੇ ਤਰੀਕੇ ਨੇ। ਇੱਥੋਂ ਤੱਕ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ ਸੁਖਮਨੀ ਸਾਹਿਬ 'ਚ, ਦਰਸ਼ਨ ਕਰਕੇ ਵੀ ਪਾਰ ਉਤਾਰਾ ਹੁੰਦਾ ਹੈ, ਗੁਰੂ ਜੀ ਦਾ ਸ਼ਬਦ ਸੁਣ ਕੇ ਵੀ ਪਾਰ ਉਤਾਰਾ ਹੁੰਦਾ ਹੈ, ਗੁਰੂ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ ਵੀ ਪਾਰ ਉਤਾਰਾ ਹੁੰਦਾ ਹੈ। ਸੱਚ ਇਹ ਵੇ ਕਿ ਗੁਰੂ ਕੇ ਮੰਤਰ ਦਾ ਅਭਿਆਸ ਕਰਕੇ ਵੀ ਪਾਰ ਉਤਾਰਾ ਹੁੰਦਾ ਹੈ। ਅਗਲੀ ਗੱਲ, ਜਿਸ ਉੱਪਰ ਸਤਿਗੁਰੂ ਆਪਣੀ ਨਜ਼ਰ ਕਰੇ, ਅੰਮ੍ਰਿਤ ਦ੍ਰਿਸ਼ਟੀ ਨਾਲ ਵੀ ਪਾਰ ਉਤਾਰਾ ਹੁੰਦਾ ਹੈ। ਇਹ ਅਸੀਂ ਪਾਠ ਕਰ ਰਹੇ ਹਾਂ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਹੁਣ ਜਿੰਨੀਆਂ ਤੁਕਾਂ ਨੇ, ਚਲੋ ਆਪ ਜੀ ਨਾਲ ਪੜ੍ਹ ਰਹੇ ਸੀ, ਇੱਕ ਇੱਕ ਤੁਕ ਵੀ ਦੱਸਿਆ ਵੀ ਗੁਰੂ ਜੀ ਦੀ ਕਿਰਪਾ ਕਰਨ ਦੇ ਤਰੀਕੇ ਕੀ ਨੇ। ਪਹਿਲਾ ਕਿਹਾ ਸਫਲ ਦਰਸ਼ਨ ਪੇਖਤ ਪੁਨੀਤ, ਸਤਿਗੁਰੂ ਜੀ ਦੇ ਦਰਸ਼ਨ ਸਫਲ ਨੇ, ਨੇਫਲ ਨਹੀਂ। ਉਹਨਾਂ ਦੇ ਦੀਦਾਰ ਕੀਤਿਆਂ ਅੰਦਰ ਦਾ ਪਤਤ ਪੁਣਾ ਖਤਮ ਹੁੰਦਾ ਹੈ, ਪਵਿੱਤਰਤਾ ਆਉਂਦੀ ਹੈ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਗੁਰੂ ਜੀ ਦੇ ਚਰਨ ਸਪਰਸ਼ ਕੀਤਿਆਂ ਸੱਚੀ ਮੁੱਚੀ ਜੀਵਨ ਦੀ ਮਰਿਆਦਾ ਅਤ ਦੀ ਨਿਰਮਲ ਹੋ ਜਾਂਦੀ ਹੈ। ਭੇਟਤ ਸੰਗ ਰਾਮ ਗੁਣ ਰਵੇ, ਗੁਰੂ ਜੀ ਨੂੰ ਮਿਲ ਕੇ ਭੇਟ ਕੇ ਇਨਸਾਨ ਪਰਮਾਤਮਾ ਦੇ ਗੁਣ ਗਾਉਂਦਾ ਹੈ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ, ਪਰਮਾਤਮਾ ਦੀ ਦਰਗਾਹ ਤੱਕ ਉਹਦੀ ਪਹੁੰਚ ਹੈ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਣ ਕਰ ਬਚਨ ਕਰਨ ਆਗਾਨੇ। ਜਦੋਂ ਗੁਰੂ ਦਾ ਸ਼ਬਦ ਸੁਣਿਆ, ਅੰਦਰੋਂ ਮਨ ਵੀ, ਤਨ ਵੀ, ਕੰਨ ਵੀ ਰੱਜ ਗਏ। ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ। ਜਦੋਂ ਗੁਰੂ ਜੀ ਦੇ ਮੰਤਰ ਦਾ ਅਭਿਆਸ ਕਰਦਾ, ਗੁਰਮੰਤਰ ਦਾ ਅਭਿਆਸ ਕਰਦਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਪਿਆਰਿਓ, ਉਹਦੇ ਸਾਰੇ ਦੁੱਖ ਕੱਟੇ ਜਾਂਦੇ ਆ। ਗੁਰੂ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਉਹਦੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਮੈਂ ਜਿਹੜੀ ਅਰਜ਼ ਆਪ ਨੂੰ ਕਰ ਲੱਗਾ ਕਿ ਦੋ ਗੱਲਾਂ ਮੈਂ ਕਹੀਆਂ ਸਰੀਰ ਚੱਲਦੀਆਂ, ਜਾਂ ਚੰਗੇ ਫੁਰਨੇ ਚੱਲੇ ਨੇ ਜੀ, ਜਾਂ ਮੰਦੇ ਚੱਲਦੇ ਆ। ਕੋਈ ਹੋਵੇਗਾ ਜਿਹੜਾ ਅਫੁਰ ਹੋਇਆ ਹੋਵੇ, ਜਿਹਦੇ ਅੰਦਰ ਨਾ ਕੋਈ ਚੰਗਾ ਨਾ ਮੰਦਾ, ਇੱਕ ਰਸ ਅੰਦਰ ਦੀ ਬਿਰਤੀ ਹੋਵੇ। ਨਹੀਂ ਤੇ ਪਿਆਰਿਓ, ਜੋ ਕੁਝ ਅੱਖਾਂ ਨਾਲ ਦੇਖਦੇ ਆ ਉਹਦੇ ਪ੍ਰਤੀ ਖਿਆਲ ਸਾਡੇ ਧੁਰ ਅੰਦਰ ਜਾਂਦੇ। ਹੁਣ ਬੁਰਿਆਈ ਜਿਹੜੀ ਹੈ ਉਹ ਸੱਚੀ ਮੁੱਚੀ, ਇਹ ਬੁਰਿਆਈ ਦਾ ਇੱਕ ਸੁਭਾਅ ਹੈ ਜੀ, ਕਿ ਜਿਵੇਂ ਇੱਕ ਬੁਰਾ ਫੁਰਨਾ ਉੱਠਦਾ, ਉਹਦੇ ਚਾਰ ਚਫੇਰੇ ਜਿੰਨੇ ਕੀਤੇ ਹੋਏ ਪਹਿਲੇ ਗੁਨਾਹ ਨੇ, ਫੁਰਨੇ ਸਾਰੇ ਇਕੱਠੇ ਹੋ ਜਾਂਦੇ। ਇੱਕ ਮਿਟਦਾ, ਦੂਜਾ, ਤੀਜਾ, ਅੰਦਰ ਬੁਰਾਈਆਂ ਨਾਲ ਭਰ ਜਾਂਦਾ। ਸੁਣਿਓ, ਗੁਰੂ ਨਾਨਕ ਸਾਹਿਬ ਬਚਨ ਕਰਦੇ ਆ,
इस बुराई नूं कट सकदी है सिर्फ एक गल। ये ना तां पानी नाल निकलनी है, ना गल्लां नाल निकलनी है। इस अंदर दी बुराई नूं सिर्फ कट सकदा है, वो कट सकदा है सतगुरु की वडियाई। जिन्ना कोई गुरु दी वडियाई करेगा, जिन्ना कोई गुरु दी सिफत करेगा, उन्नी उहदे अंदर दी बुराई दा खात्मा होवेगा। ते अगली गल, जिन्नी कोई गुरु दी वडियाई करदा है, समर्थ गुरु सिख दे सिर दे उत्ते हत्थ रखदा है ते उहदे हत्थ विच बरकत इन्नी सारियां बुराइयां बाहर कढ दिंदा है। क्योंकि अज बचन है मेरे मत्थे ते हत्थ रखिया, मैं इहदा जिक्र गुरु अमरदास जी दे जीवन नाल भी करना चाहना। महाराज ये कह रहे हैं, धन गुरु रामदास फरमा रहे हैं, हजूर दा बचन कह कि सतगुर वड्डा कर सहलाई है। सतगुरु नूं वड्डियां कह के उहदी सिफत करिए। ते महाराज कहते ये झूठी सिफत नहीं, ये हकीकत है जिस विच वड्डियां वडियाइयां। सतगुरु नूं वड्डा कह के सिफत कर, ते जिस सतगुरु विच वडियाइयां बहुत वड्डियां ने। सतगुर वड्डा कर सहलाई है, जिस विच वड्डियां वडियाइयां। सह मेले तां नदरी आईयां, जां तिस भाणा तां मन वसाइयां। कर हुक्म मस्तक हाथ धर, मेरा हीर है रतन नाम हर बसिया। गुर हाथ धरियो मेरे माथा। महाराज कहते कर हुक्म मस्तक हाथ धर, विचों मार कढ़ियां बुराइयां। सै तुठै नौ निद पाइयां। उस वाहिगुरू जी की कृपालता नाल जदों समर्थ गुरु ने मस्तक ते हथ रखिया, गुरमुखों अंदरों सारियां बुराइयां कढ़ के खात्मा कर दिता। अंदर गुरु की वडियाई टेक गई। जदों हुण सतगुरु गुरु रामदास जी का पुरब है, उन्हां दे पवित्र जीवन दे नाल नाल ये बेनती करांगा भी जदों असी उन्हां दा मिलाप देखने, वैसे डिटेल नाल कल आपां विचारांगे। ये शब्द कि धन गुरु अमरदास महाराज तीसरे पातशाह जी ने गोइंदवाल साहब की धरती ते विराजमान ने, जिन्हां दे उपर इन्नी बख्शिश कि जिहड़ा असी आ सवैया पढ़ने आप नारायण कला धार जग में परवरियो, ये भी सच है वे गुरु अमरदास की सिफत विच है। भट्ट साहिबान जी ने कहा कि जिहड़ा गुरु अमरदास नूं स्पर्श कर लैंदा है, गुर अमरदास परसियां पोम पातिक विनासां। गुर अमरदास परसियां सिद्ध साधक आसासां। गुर अमरदास परसियां ध्यान लईयां पौ मुकै। गुर अमरदास परसियां आपो लभै गौ चुकै। एक बिन दुगण जो तो रह, जा समंतर मानव हिलै। जालपा पदार्थ इतड़े गुर अमरदास डिठै मिले। क्योंकि अज सतगुरु कहने मत्थे उत्ते हथ रख दिता जी सतगुरां ने, अंदरों नाम प्रगट हो गया। थोड़े जे इस सवैये दे अर्थ कर लीए कि गुरु अमरदास जी दे चरनां 'च बरकत है। उन्हां दी स्पर्शता दे नाल धरती दे पाप मुक गए ने, पापां नूं मुकाण वाले ने। गुर अमरदास परसिए पोम पातिक विनासैं। गुर अमरदास परसिए सिद्ध साधक आसासैं। गुर अमरदास परसिए ध्यान लईयां पौ मुकै। गुरु अमरदास नूं स्पर्श करिए वो अवस्था मिलती है जिन्हों साधक सिद्ध लोचते पे आ। गुरु अमरदास स्पर्श करो तो पाप खत्म हो जाते हैं। धन गुरु अमरदास नूं स्पर्श करो तो ध्यान की प्राप्ति हो जाती है, भटकना मुक जाती है। धन गुरु अमरदास महाराज उन्हां दे चरण स्पर्श करो, सच एवे कि आवा गाउण दा चक्कर ही मुक जाता है। धन गुरु अमरदास जो एक बारी कोई दीदार कर ले प्यारिओ, सारे पदार्थ उहदी झोली विच आ जाते हैं। गुरु रामदास इस सवैया गुरु अमरदास की सिवच। गुरु रामदास महाराज गोइंदवाल साहब की धरती पर रहे आ। तो मैं पिछले दिन भी अर्ज की जी, कल भी करांगा, लाहौर, बासर के, गोइंदवाल साहब ते अमृतसर की धरती। हाँ उंज गुरु रामदास पंजाब जो उस वक्त वेखो पंजाब तो बाहर भी गए आ। जदों धन गुरु अमरदास दोबारा तीर्थां ते गए, फिर याद रखियो इत्थे तीर्थ का अर्थ ये नहीं करना कि महाराज तीर्थ इशनान करन गए। गुरु नानक साहब की सिक्खी धारण करन तो पहला गए, पर जदों 12 साल गागर तो बाद धन गुरु अमरदास गुरु नानक साहब जी की जोत दे वारस बने,
फिर तीर्थां ते जाके दस्या लोको परमात्मा दे नाम तो वड्डा कोई तीर्थ नहीं, बंदगी करके ही अंदर दी मैल उतरदी है। गुरु रामदास महाराज नाल गए आ, उन्होंने फिर अपनी रचना विच ये सारा, मैं कहना ना सफरनामा कह लो, बड़ा सौखा है। कुरुक्षेत्र का जिक्र करते आ, हरद्वार का जिक्र करते आ, गंगा यमुना का करते आ, वो जिहड़ा शब्द तीर्थ उद्यम सतगुर की आ, सब लोक उदरन अर्थ आ। उत्थे चर्चा विच ज्ञानी आए, सिद्ध आए, मुनीश्वर आए, इत्थों तक कहंदे ने कि जिहड़ा दरिया नूं पार करन दा कर लगदा सी, टैक्स लगदा सी, धन गुरु अमरदास महाराज गए जी, टैक्सां वाले भी चले गए, किसी ने कोई पार करन दा टैक्स नहीं लाया, कर नहीं लाया। तो महाराज कहंदे ने भाई जदों गुरु अमरदास पिछे कोई तुरिया तो सच एवे उहदे बाहर दे कर टैक्स खत्म हो गए, तो जिहड़ा अंदरूनी तौर पर गुरु अमरदास दे शब्द नूं कमाएगा, हकीकत ये वे कि उहदे वास्ते जमा का टैक्स भी खत्म हो जाएगा। धन गुरु रामदास मेरे कहन तो मुराद नाल महाराज सच्चे पातशाह गए आ, पर जदों गोइंदवाल साहिब आउंदे आ, 2 दहाकियां तो वध समा महाराज जी ने गोइंदवाल साहिब बतीत किया है। उस विच कुछ समा होवे जदों महाराज जी की अजे शादी आनंद विवाह नहीं होया, तो कुछ समा होवे जिहड़ा विआह तो बाद घर संतान हुंदी है, उस तो बाद सतगुरु अमृतसर आउंदे आ। मैं अर्ज करा कि धन गुरु अमरदास महाराज जी के दर्शन किए। 2 बेनतियां ने जी महाराज की बाणी चों, तो उन्हां दी सिबत विच जी गुरु साहब ने किन्नी किरपा की। एक तो बचन आप जी पढ़ते हो, गुरु मुख देख गरु सुख पायो। कुछ विद्वान सज्जना ने ये अर्थ इस तरह किए आ, गुरु रामदास के दर्शन करके। पर जदों असी गोबिंदवाल गोबिंदपुरी सम पढ़ने हैं ना, तो फिर ये सवैया कह रहा भाई, इस सवैये विच उस घटना का जिक्र किया जा रहा है जदों गुरु रामदास जी ने धन गुरु अमरदास जी के दीदार किए। गुरु कृपा की होई, गुरु मुख देख गरु सुख पायो। फिर बेनती सुनो, गुरु का अर्थ सतगुरु गुरु अमरदास, ते गरु का लफ्जी अर्थ है बहुत वड्डा। सतगुरु गुरु अमरदास महाराज उन्होंने दीदार किए गुरु रामदास जी ने। चलो दास पिछले सालों तो भाई जेठा की थां आपां गुरु रामदास ही वरत रहे हैं। वह मतलब भी ये सी कि आपां गुरु रामदास जी का आगमन पुरब मना रहे हैं। फिर भी अर्ज है कि गुरु मुख देख गरु सुख पायो। धन गुरु अमरदास जी के मुख के दर्शन किए तो सच एवे अंदर बहुत वड्डा सुख मिलिया। पहला समा संसारी रूप च कह रहा सुख का नहीं, माता पिता चले गया, कल नूं अर्ज करांगा। घर प्रशादे पानी का भी सहसा है, सिर ते टोकरी चुकते आ। जिस उम्र विच लोग बच्चों नूं पढ़ाते आ, उस उम्र विच चौथा मेरा सतगुरु गुरु रामदास लाहौर दीयां गलियां विच बासर के गोइंदवाल की धरती ते घुंगणियां भी बेचते आ। पर जदों मिले आ, वो कैसी मिलनी होवेगी, केवल उन्होंने कहन मात्र नहीं सुख मिल गया, किन्नी धुर अंदर सुख मिलिया कि जदों गुरु अमरदास के दर्शन किए ना जी, इको दम सारे दुख ही भुल गए। उन्हां विचों मां दिस पई, उन्हां विचों पिता जी दिस पे, उन्हां विचों रिश्तेदार दिस पे, उन्हां विचों करतार दिस पिया। दर्शन किए उन्हां विचों समर्थ गुरु नानक साहब के दीदार पा लए। गुरु मुख देख गरु सुख पायो। सतगुरु गुरु अमरदास के दर्शन किए तो बहुत वड्डा सुख पाया। खुती जो प्यास पीयूष पिवन की, बांचत सिद्ध को बिद मिलायो। मैं अर्ज कर रहा, मेरा हीरा रतन नाम हर बसया, गुर हाथ धरियो मेरा माथा। अर्थ तो दूर नहीं जाना, शब्द की चल रहा है। खुती जो प्यास पीयूष पिवन की, जेड़ी एक प्यास सी अमृत नूं पीण दी, जेड़ी एक तरफ सी अंदरों नाम अमृत नूं पीण दी, समर्थ धन गुरु अमरदास जी ने कृपा की। सच एवे रूहानियत का नाम अमृत पीण दी तबश भी चली गई। गुरु मुख देख गरु सुख पायो। खुती जो प्यास पीयूष पिवन की, बांचत सिद्ध को बिद मिलायो। पूर्ण को मन ठौर बसो, रस बासन सो जो दंग दिस धायो। गुरमुखो ओ मन
ਜਿਹੜਾ ਦਸੇ ਪਾਸੀ ਭੱਜਦਾ ਹੈ, ਇਹਦੇ ਅਰਥ ਥੋੜੇ ਸੁਣਿਓ। ਵਾਸ਼ਨਾ ਵਿੱਚ ਪ੍ਰਵਿਰਤ ਹੈ, ਦਸੇ ਪਾਸੇ ਭੱਜਦਾ, ਇਹਦੇ ਅਰਥ ਗੁਰੂ ਰਾਮਦਾਸ ਦੇ ਨਹੀਂ ਕੇਵਲ ਮੈਂ ਕਰ ਰਿਹਾ। ਉਹ ਮਨ ਜਿਹੜਾ ਰਸਾਂ ਵਿੱਚ ਖਚਤ ਹੈ, ਜਿਹਦੇ ਵਿੱਚ ਟਿਕਾ ਨਹੀਂ। ਕਹਿੰਦੇ ਭਾਈ ਸਿੱਖੋ, ਜਦੋਂ ਇੱਕ ਵਾਰੀ ਧੰਨ ਗੁਰੂ ਅਮਰਦਾਸ ਜੀ ਦੇ ਕੋਈ ਦੀਦਾਰ ਕਰਦਾ ਹੈ, ਜਿੰਨਾ ਮਰਜੀ ਮਨ ਵਾਸ਼ਨਾ 'ਚ ਗਰਕਿਆ ਹੋਵੇ, ਗੁਰੂ ਰਾਮਦਾਸ ਦੇ ਦਰਸ਼ਨ ਕੀਤਿਆਂ ਮਨ ਆਪਣੇ ਆਪ ਹੀ ਟਿਕ ਜਾਂਦਾ ਹੈ, ਪੂਰਨ ਟਿਕਾ ਜਾਂਦਾ ਜੀ ਮਨ 'ਚ। फिर अर्ज है खुती जो प्यास पीयूष पिवन की बांचत सिद्ध को बिद मिलायो, पूर्ण पौ मन ठौर बसो, रस बासन से जो दंग दिसतायो। गोबिंदवाल गोबिंदपुरी सन, गोबिंदवाल गोविंदवाल का जिक्र कर रहे हैं। गोबिंद दी पुरी बराबर है, गोबिंदवाल गोबिंदपुरी सब जलन तीर विभास बनायो। अगे कहने गयो दुख दूर बरखन को। महाराज कहने मेरे सतगुरुओं ने कृपा की, ਜਿਹੜਾ ਕਈ ਸਾਲਾਂ ਦਾ ਦੁੱਖ ਸੀ ਜੀ, ਅੰਦਰ ਨੂੰ ਚੀਜ਼ ਸੀ। ਗਇਓ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਸਮਰੱਥ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਸੁਖ ਪਾਇਆ। ਇੱਥੇ ਇੱਕ ਅਰਜ਼ ਹੋਰ ਕਰ ਜਾਵਾਂ। ਜਦੋਂ ਅਸੀਂ ਗੁਰੂ ਅਮਰਦਾਸ ਜੀ ਬਾਰੇ ਪੜ੍ਹਦੇ ਹਾਂ ਨਾ ਜੀ, ਇਤਿਹਾਸ ਉਹਨਾਂ ਦੇ ਪਦਮ ਦਾ ਜ਼ਿਕਰ ਕਰਦਾ ਜੀ, ਹਿਸਟਰੀ ਕਰਦੀ। ਜਦੋਂ ਪੰਡਿਤ ਦੁਰਗੋ ਕੋਲ ਜਾਂਦੇ ਆ ਜੀ, ਚਲੋ ਆਧੁਨਿਕ ਵਿਦਵਾਨਾਂ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ, ਪਰ ਸਾਡੇ ਲਈ ਅਸੀਂ ਕਹਿੰਦੇ ਹਾਂ ਇਤਿਹਾਸ ਉਹ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਠੀਕ ਹੋਵੇ, ਚੰਗੀ ਗੱਲ ਹੈ ਜੀ। ਤੇ ਮੈਂ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹ ਭੱਟ ਸਾਹਿਬਾਨ ਜੀ ਨੇ ਲਿਖਿਆ ਹੈ, ਉਹਨਾਂ ਦਰਸ਼ਨ ਕੀਤੇ ਆ ਗੁਰੂ ਅਮਰਦਾਸ ਜੀ ਦੇ। ਉਹ ਕਹਿ ਰਿਹਾ ਕਿ ਗੁਰੂ ਅਮਰਦਾਸ ਜੀ ਦਾ ਜਿਹੜਾ ਸੱਜਾ ਹੱਥ ਹੈ ਨਾ ਜੀ, ਚਰਨ ਦੀ ਬਜਾਏ, ਕਹਿੰਦੇ ਉਹਨਾਂ ਦੇ ਸੱਜੇ ਹੱਥ ਦੇ ਵਿੱਚ ਪਦਮ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ। ਤੇ ਜਿਹੜੀਆਂ ਰਿਧੀਆਂ ਨੇ ਜਿਨ੍ਹਾਂ ਨੂੰ ਲੋਕ ਤਰਲੇ ਮਾਰਦੇ ਆ ਕਿ ਉਹ ਖੱਬੇ ਪਾਸੇ ਬੈਠੀਆਂ ਨੇ, ਤੇ ਜਿਹੜੀਆਂ ਸਿੱਧੀਆਂ ਨੇ ਉਹ ਸਾਹਮਣੇ ਗੁਰੂ ਅਮਰਦਾਸ ਦੇ ਮੁਖ ਵੱਲ ਦੇਖਦੀਆਂ ਨੇ। ਤੇ ਭੱਟ ਜੀ ਕਹਿੰਦੇ ਨੇ ਲੋਕ ਆਪਣੀ ਜ਼ਿੰਦਗੀ ਦੀ ਕਮਾਈ ਰਿਧੀਆਂ ਸਿੱਧੀਆਂ ਤੇ ਪੂਰੀ ਲਾ ਦਿੰਦੇ ਆ। ਰਿਧੀਆਂ ਕੋਲ ਗੁਲਾਮ ਨੇ ਤੇ ਸਿੱਧੀਆਂ ਸਾਹਮਣੇ ਮੁੱਖ ਵੇਂਦੀਆਂ ਨੇ, ਤੇ ਕਹਿ ਰਹੀ ਨੇ ਗੁਰੂ ਅਮਰਦਾਸ ਜੀ ਸਾਡੀ ਖਾਤਰ ਲੋਕ ਤੜਫਦੇ ਆ, ਤੁਸੀਂ ਸਾਨੂੰ ਵੀ ਕੋਈ ਸੇਵਾ ਦੱਸੋ। ਹੁਣ ਇਹ ਬਾਣੀ 'ਚ ਬਚਨ ਨੇ, ਬਾਰਜ ਕਰ ਦਾਹਣੈ ਸਿੱਧ ਸਨਮੁਖ ਮੁਖ ਜੋਵੈ। ਫਿਰ ਅਰਜ ਹੈ ਸੱਜੇ ਹੱਥ ਵਿੱਚ ਪਦਮ ਹੈ, ਬਾਰਜ ਕਰ ਦਾਹਣੈ ਸਿੱਧ ਸਨਮੁਖ ਮੁਖ ਜੋਵੈ। ਰਿੱਧ ਬਸੈ ਬਾਵਾਂਗ, ਰਿਧੀਆਂ ਖੱਬੇ ਪਾਸੇ ਨੇ, ਜੋ ਤੀਨ ਲੋਕਾਂਤਰ ਮੁਖ ਹੈ, ਤਿੰਨਾਂ ਲੋਕਾਂ ਨੂੰ ਮੋਹਣ ਵਾਲੀਆਂ ਜਿਹੜੀਆਂ ਰਿਧੀਆਂ ਸਿੱਧੀਆਂ ਨੇ ਗੁਰਮੁਖੋ, ਉਹ ਧੰਨ ਗੁਰੂ ਅਮਰਦਾਸ ਦੇ ਖੱਬੇ ਸੱਜੇ ਬੈਠੀਆਂ ਹੋਈਆਂ ਨੇ। ਮੇਰੀ ਫਿਰ ਬੇਨਤੀ ਹੈ, ਇੰਨੇ ਉਹ ਕਿਰਪਾਲੂ ਨੇ, ਜਦੋਂ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਫਿਰ ਕੀ ਹੋਇਆ? ਕਿਉਂਕਿ ਮਹਾਰਾਜ ਕਹਿੰਦੇ ਨੇ ਸਿਰ ਤੇ ਹੱਥ ਰੱਖ ਦਿੱਤਾ ਜੀ, ਮੱਥੇ ਤੇ ਹੱਥ ਰੱਖ ਦਿੱਤਾ ਜੀ। ਮੱਥੇ ਤੇ ਹੱਥ ਰੱਖਿਆ, ਕੀ ਹੋਇਆ ਫਿਰ? ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਤੁਹਾਨੂੰ ਸਭ ਨੂੰ ਜਿਹੜੇ ਪਾਠ ਰੋਜ਼ ਕਰਦੇ ਹੋ ਯਾਦ ਹੋਣਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਮੇਰਾ ਹੀਰ ਹੈ ਰਤਨ ਨਾਮ ਖਰ ਬਸਰਾ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਸਮਰੱਥ ਨੇ ਨਾ ਜੀ, ਆਪਣਾ ਹੱਥ ਗੁਰੂ ਰਾਮਦਾਸ ਜੀ ਦੇ ਸੀਸ ਉੱਤੇ ਰੱਖ ਦਿੱਤਾ। ਪਿਆਰਿਓ, ਇਹ ਬਖਸ਼ਿਸ਼ ਕੀਤੀ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, जिस देख चरण आगन करियो, निस बासुर एक समान ध्यान, सो नाम सने सुत भान डरियो। पन दास सुआस जगतर गुरु की, पारस भेट परस करियो। रामदास गुरु हर सत कियो, समरथ गुरु सिर हथ धरियो। थोड़े जे आपां जी ਇਹਦੇ अर्थ भी जरूर वाच लीए, जिन्हां सज्जनां नूं ਇਹ ਸਵਈਆ चेते है। बड़ा सरल ਇਹਦੇ अर्थ ने, पर यह सारी घटना का जिक्र वैसे जिहड़े गुरमुख प्यारे विद्वान ने वो करते हैं कि धन गुरु अमरदास जी के हथ की बरकत है। समरथ गुरु, यदा अर्थ धन गुरु अमरदास समरथ जी ने। थोड़ा ध्यान वाले बेनती सुनियो, सिर के उत्ते हथ रख दिता जी, सच्ची मुची सिर ते हथ रखिया। समरथ गुरु सिर हथ धरियो, गुर कीनी कृपा हर नाम दियो। धन गुरु अमरदास ने कृपा की ते खरी का नाम दे दिता।
ਕਿਹੜਾ ਨਾਮ, ਕਿਹੜੇ ਸਤਿਗੁਰੂ? ਕਹਿੰਦੇ ਨੇ ਉਹ ਸਤਿਗੁਰੂ ਜਿਨ੍ਹਾਂ ਦਾ ਨਾਮ ਪ੍ਰਾਪਤ ਕਰਕੇ ਪਾਪ ਵੀ ਛੱਡ ਕੇ ਚਲੇ ਜਾਂਦੇ ਆ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਖਰਿਓ। ਜਿਸ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਦੇਖ ਕੇ ਪਾਪ ਤੇ ਗੁਨਾਹ ਜਿਹੜੇ ਨੇ ਉਹ ਖਹਿੜਾ ਛੱਡ ਜਾਂਦੇ ਨੇ, ਉਸ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਦੇ ਸਿਰ ਤੇ ਹੱਥ ਰੱਖ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਕਰਿਓ, ਨਿਸ ਬਾਸੁਰ ਏਕ ਸਮਾਨ ਧਿਆਨ। ਹੁਣ ਗੁਰੂ ਰਾਮਦਾਸ ਜੀ ਦੀ ਬਿਰਤੀ ਕੀ ਹੋ ਗਈ ਜੀ? ਸਮਰੱਥ ਗੁਰੂ ਜੀ ਨੇ ਨਾਮ ਦਿੱਤਾ, ਕੀ ਰਾਤ ਕੀ ਦਿਨ ਕੀ ਸੁਬਹ ਕੀ ਸ਼ਾਮ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਹੜਾ ਧਿਆਨ ਹੈ ਨਾ, ਨਿਰੰਤਰ ਸਿਰ ਪਰਮਾਤਮਾ ਦੇ ਨਾਮ ਵਿੱਚ ਹੀ ਜੁੜਿਆ ਹੋਇਆ ਹੈ। ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੈ ਸੁਤ ਭਾਨ ਡਰਿਓ। ਇਹਦੇ ਅਰਥ ਗੁਰਮੁਖਾਂ ਵੀ ਕੀਤੇ ਆ। ਸੁਤ ਭਾਨ ਇਹਦਾ ਮਤਲਬ ਸੂਰਜ ਦਾ ਪੁੱਤਰ, ਸੂਰਜ ਦਾ ਪੁੱਤਰ ਇਹ ਚੰਦਰਮਾ। ਕਹਿੰਦੇ ਨੇ ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹ ਨਾਮ ਦਿੱਤਾ ਜਿਸ ਨਾਮ ਨੂੰ ਸੁਣ ਕੇ ਜਮਦੂਤ ਵੀ ਕੰਬ ਜਾਂਦਾ ਹੈ। ਸੱਚ ਇਹ ਕਿ ਉਸ ਨਾਮ ਦੇ ਸਾਹਮਣੇ ਜਮ ਵੀ ਕਦੀ ਨਹੀਂ ਹੁੰਦਾ। ਸੁਤ ਭਾਨ ਡਰਿਓ। ਫਿਰ ਅਰਜ ਕਹੇ, ਇੱਥੋਂ ਤੱਕ ਸਾਡੇ ਇਤਿਹਾਸ ਦੀ ਘਟਨਾ ਹੈ। ਕਈ ਵਾਰੀ ਕਹਿਣ ਤੋਂ ਸੱਜਣ ਸੰਕੋਚ ਕਰ ਜਾਂਦੇ ਆ, ਕਿਉਂਕਿ ਤਰਕ ਕੁਤਰਕ ਬਹੁਤ ਹੈ ਤੇ ਮੈਂ ਲਾ ਕੇ ਨਹੀਂ ਕਰਾਂਗਾ, ਪਰ ਅਸਲੀਅਤ ਇਹ ਵੇ ਅੱਜ ਜ਼ਿਆਦਾਤਰ ਆ ਕੁਝ ਵਾਪਰਦਾ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਆ ਸ਼ਬਦ ਥੋੜਾ ਜਿਹਾ ਮੈਂ ਵਰਤ ਲਿਆ, ਪਰ ਹੈ ਬਾਣੀ ਦਾ। ਕਹਿੰਦਾ ਆਪਾਂ ਆਮ ਤੌਰ ਤੇ ਕਹਿੰਦੇ ਖੋਤਾ, ਕਹਿੰਦੇ ਅਸਲੀ ਖੋਤਾ ਆਹ ਖੋਤਾ ਨਹੀਂ ਜਿਹੜਾ ਢੋਂਦਾ ਪਿਆ, ਉੱਥੇ ਅਸਲ ਖਰ ਕਿਹਾ ਹੈ। ਇਹਦਾ ਮਤਲਬ ਕਿ ਬੰਦਿਆਂ ਵਿੱਚ ਵੀ ਖੋਤਿਆਂ ਦੀ ਇੱਕ ਵੰਨਗੀ ਹੈ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਕਹਿੰਦੇ ਅਸਲੀ ਗਧੇ ਉਹ ਨੇ ਜਿਨ੍ਹਾਂ ਦੇ ਪੱਲੇ ਗੁਣ ਕੋਈ ਨਹੀਂ, ਪਰ ਹੰਕਾਰ ਦੀ ਛੱਟ ਆਪਣੀ ਪਿੱਠੇ ਤੋਂ ਲੈਣ ਨਹੀਂ ਦਿੰਦੇ। ਅਸਲੀ ਖੋਤੇ ਕਿਆ ਮਾਰੇ ਨੇ ਲਫ਼ਜ਼ ਵਰਤਿਆ ਜੀ। ਹੁਣ ਜਦੋਂ ਅਸੀਂ ਮਹਾਰਾਜ ਜੀ ਦੇ ਬਚਨ ਪੜ੍ਹਨੇ ਆ, ਹੁਣ ਜਿਹਦਾ ਨਾਮ ਸੁਣ ਕੇ ਜਮਦੂਤ ਡਰ ਜਾਏ, ਡਾਕਟਰ ਤਾਰਨ ਸਿੰਘ ਜੀ ਨੇ, ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਣਾ ਨੇ ਮਹਿਮਾ ਪ੍ਰਕਾਸ਼ ਗ੍ਰੰਥ ਵਿੱਚ ਪੁਰਾਤਨ ਜਿਨੇ ਨੇ, ਇੱਥੋਂ ਤੱਕ ਕਿ ਗੋਇੰਦਵਾਲ ਸਾਹਿਬ ਦੇ ਚਬਾਰਾ ਸਾਹਿਬ ਦੇ ਅੰਦਰ ਜਾਂ ਗੋਇੰਦਵਾਲ ਸਾਹਿਬ ਆਪਾਂ ਘਟਨਾ ਦੇਖੀਏ, ਉੱਥੇ ਵੀ ਧਰਾਤਲ ਤੇ ਘਟਨਾ ਦੀ ਹਕੀਕਤ ਹੈ ਕਿ ਜਿਹਦਾ ਨਾਮ ਸੁਣ ਕੇ ਜਮਦੂਤ ਡਰ ਜਾਂਦਾ ਹੈ। ਅੰਮ੍ਰਿਤ ਵੇਲਾ ਹੈ, ਮਹਾਰਾਜ ਗੁਰੂ ਅਮਰਦਾਸ ਬੈਠੇ ਆ ਤੇ ਕਿਸੇ ਦੇ ਰੋਣ ਦੀ ਆਵਾਜ਼ ਕੰਨਾਂ 'ਚ ਪਈ ਹੈ। ਕੋਈ ਵਿਰਲਾਪ ਕਰ ਰਿਹਾ ਹੈ। ਹਜ਼ੂਰ ਆਪਣੇ ਹਜ਼ੂਰੀਏ ਸੇਵਕ ਭਾਈ ਬੱਲੂ ਜੀ ਨੂੰ ਕਹਿੰਦੇ ਆ, ਇਹ ਰੋਣ ਦੀ ਆਵਾਜ਼ ਕਿਸ ਦੀ? ਉਹ ਪਤਾ ਕਰਕੇ ਆਉਂਦੇ ਆ, ਮਹਾਰਾਜ ਇੱਕ ਵਿਧਵਾ ਦੇ ਪੁੱਤਰ ਦੀ ਮੌਤ ਹੋ ਗਈ ਹੈ, ਉਹਦੀ ਚਲਾਣਾ ਕਰ ਗਿਆ ਹੈ। ਗੁਰੂ ਅਮਰਦਾਸ ਜੀ ਦਾ ਇੰਨਾ ਹਿਰਦਾ ਕੋਮਲ, ਮੈਂ ਫਿਰ ਬੇਨਤੀ ਕਰਾਂਗਾ ਗੁਰਮਖੋ, ਇਹਨੂੰ ਖੰਡਨ ਕਰਨ ਦੀ ਬਜਾਏ ਬਾਣੀ ਦੀ ਰੋਸ਼ਨੀ 'ਚ ਦੇਖੀਏ। ਜੇ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਨਾ ਹਉ ਨਾ ਤੂੰ ਨਾ ਛੁਟੈ, ਨਿਕਟ ਨਾ ਜਾਈਓ ਦੂਤ। ਇੱਥੋਂ ਤੱਕ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਇਹਦੇ ਅਰਥ ਤਾਂ ਕੋਈ ਹੈ ਨਾ, ਇਹ ਕੋਈ ਕਵਿਤਾ ਥੋੜੀ ਹੈ। ਪ੍ਰਤਾਪ ਤੁਮਾਰਾ ਦੇਖ ਕੇ, ਤੁਹਾਡੇ ਪ੍ਰਤਾਪ ਨੂੰ, ਤੁਹਾਡੇ ਤੇਜ ਨੂੰ ਦੇਖ ਕੇ ਜਮਦੂਤ ਵੀ ਡਰਦਾ ਹੋਇਆ ਛੱਡ ਜਾਂਦਾ, ਭੱਜ ਜਾਂਦਾ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਮੈਂ ਤਾਂ ਬੇਨਤੀ ਕੀਤੀ ਗੁਰਬਾਣੀ ਅਨੁਸਾਰ। ਭਾਈ ਬੱਲੂ ਜੀ ਆਏ, ਕਹਿਣ ਲੱਗੇ ਮਹਾਰਾਜ ਵਿਧਵਾ ਔਰਤ ਜਵਾਨ ਪੁੱਤਰ ਦੀ ਮੌਤ ਹੋ ਗਈ। ਮਹਿਮਾ ਪ੍ਰਕਾਸ਼ ਵਿੱਚ ਕਹਿੰਦੇ ਧੰਨ ਗੁਰੂ ਅਮਰਦਾਸ ਦੇ ਮੁਖ ਤੋਂ ਨਿਕਲਿਆ, ਜਿੰਨੀ ਦੇਰ ਤੱਕ ਸਾਡੇ ਸਰੀਰ ਦੀ ਹਯਾਤੀ ਹੈ, ਅੱਜ ਤੋਂ ਬਾਅਦ ਉਹਨਾਂ ਸਮਾਂ ਕਿਸੇ ਵੀ ਨੌਜਵਾਨ ਦੀ ਮੌਤ ਨਹੀਂ ਹੋਵੇਗੀ। ਇਹ ਇਤਿਹਾਸ ਹੈ। ਮੈਂ ਬੇਨਤੀ ਕਰਾਂ ਤਾਂ ਕਿ ਵੀ ਇਹਨੂੰ ਸੁਣਾਇਆ ਬੜਾ ਘੱਟ ਜਾਂਦਾ ਹੈ। ਡਰ ਲੱਗਦਾ ਨਾ ਵੀ ਆਹ ਸਵਾਲ ਹੋ ਜਾਏਗਾ, ਆਹ ਹੋ ਜਾਏਗਾ। ਨਹੀਂ ਗੁਰਮੁਖੋ, ਯਾਦ ਰੱਖਿਓ, ਗੁਰੂ ਸਮਰੱਥ ਹੈ, ਸਤਿਗੁਰੂ ਸਮਰੱਥ ਨੇ। ਇੱਥੋਂ ਤੱਕ ਜਿਸ ਸਤਿਗੁਰੂ ਬਾਰੇ ਬਾਣੀ ਕਹਿ ਰਹੀ ਹੋ ਲੋਕੋ ਕਿ ਜਿੱਥੇ ਸਰੀਰ ਨਹੀਂ ਜਾਣਾ, ਧਨ ਨਹੀਂ ਜਾਣਾ, ਪੈਸਾ ਨਹੀਂ ਜਾਣਾ, ਪੁੱਤਰ ਧੀਆਂ ਮਾਪੇ ਕੁਝ ਨਹੀਂ ਜਾਣਾ, ਰੱਬ ਦੀ ਕਚਹਿਰੀ ਵਿੱਚ ਜੇ ਤੁਹਾਡੀ ਕਿਸੇ ਵਕਾਲਤ ਕਰਨੀ ਹੈ, ਉਹ ਵਕੀਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹੈ। ਪਰਮਾਤਮਾ ਦੀ ਦਰਗਾਹ ਦਾ ਵਕੀਲ ਹੈ।
इस नूं बेनती नूं फिर सुनियो। जैसा सतगुर सुनीदा तैसो ही मैं डीठ, विछड़िया मेले प्रभु हर दरगह का बसीठ। रब दी दरगाह दा वकील है समरथ सतगुरु, हर दरगह का बसीठ। हर नामो मंत्र दृढ़ाएंदा टट्टै कौमै रोग, नानक सतगुर तिना मिलाया जिन्हां धुरे पया संजोग। फिर बेनती करांगा, समरथ गुरु सिर हाथ धरियो, गुर कीनी कृपा कर नाम दियो। जिस देख चरण अगन करियो, निसबासर एक समान ध्यान, सो नाम सनै सुत भान धरियो। अगे है पन दास आस जगतर गुरु की। भट्ट दास जी कह रहे ने मैनू आस जगत दे गुरु केवल गुरु अमरदास दी है। पन दास आस, पन दास सो आस जगतर गुरु की, पार्थ भेट परस करियो। कहने आ देखो मेरा हीरा है रतन अमर बसिया, गुरु अमरदास पारस ने। जदों गुरु अमरदास पारस नूं धन गुरु रामदास मिले, लोकां तां बहुत कुछ कहा, शरीकां बहुत कुछ कहा, यतीम क्या बड़े शब्द वरते। जदों गुरु अमरदास ने सीने न लाया, सच्ची मुच्ची पारस नूं मिल के गुरु रामदास भी पारस बन गया। एक है हिरदे च नाम बसिया। फिर बेनती इस तुक नूं मैं तां व्याख्या कर रहा सा, पन दास सुआस जगतर गुरु की। भट्ट दास कह रहे ने मैनू उस गुरु अमरदास की आस है जगत दे गुरु दी। पारस भेट परस करियो, जिस गुरु अमरदास जी ने गुरु रामदास जी नूं छू के अपने वर्गा पारस कर दिता। रामदास गुरु हर सत कियो। फिर बेनती मेरा कीयर है, रामदास गुरु हर सत कियो। सत दा अर्थ है अटल, जिन्हें कदी जाना नहीं। इस तुक नूं फिर सुनियो गुरमुखो, रामदास गुरु हर सत कियो। खरी ने परमात्मा ने, सत दा अर्थ है अटल। सच ए वे तुक कह रही है सिखो, ये याद रखो गुरु रामदास किते भी नहीं गए, गुरु अमरदास ने सदा लिए अटल कर दिता, क्योंकि समरथ गुरु ने उन्होंने दे सिर दे उत्ते हथ रख दिता है। रामदास गुरु हर सत कियो, समरथ गुरु सिर हाथ धरियो। भट्टा ने क्या हरबंस जगत जस संचरियो, सो कवन कहे श्री गुरु मोहियो प्यारियो। इसे करके भाई साहब कहते सिखो इस धरती ते आउंदे हो, असीं तां कथा वाला कहांगे ना जी, अदों इन्हों जन्म होया, इदों गुरियाई मिली, अदों इत्थे चलाना कर गए। भाई साहब कहते नहीं, झाती मारो पूर्ण ताल खटाया, अमृतसर भी जोत जगावे, बैठा सोढ़ी पातशाह रामदास सतगुरु कहावे। इत्थे बेनती धन गुरु रामदास कहते ने बख्शिश की। समरथ गुरु ने सिर ते हथ रखा, हठ मजाहू मैं मानक लद्दा, मुल ना किदा मैं को सतगुर दिता। देखो ये अर्थ हठ मजाओ, मेरा हीरा है रतन नाम हर बसिया। हठ का अर्थ तो खिरदा है, खिरदे दे विच कीमती रतन प्रगट हो गया। कहते ने पैसे नाल नहीं मिलता, दौलत नाल नहीं मिलता, ये उदों मिलता है जदों गुरु सिर दे उत्ते हथ रख दे। हठ मजाहू मैं मानक लद्दा, मुल ना किदा मैं को सतगुर दिता। ढूंढ मंझाई थिया थता जन्म पदार्थ, नानक जिता मेरा हीरा है रतन नाम हर बसिया। धन गुरु रामदास वाहिगुरु जी बख्शिश कर रहे हैं, मेरे हिरदे विच खरी दे नाम दा टिकाणा हो गया, रतन वस गया। गुर हाथ धरियो मेरा माथा, समरथ गुरु ने मथे ते हाथ रख दिता। ते होया कि जी जन्म जन्म के किल विख दुख उतरे, जन्मां जन्मां दे कीते हुए पाप मुक जाते ने जदों सतगुरु नाम दा हीरा दे दिंदे आ। गुरमुखो अज वाहिगुरु तो सारे शब्द जपने, सतनाम वाहिगुरु आपां भी बोलने पे रोज़। एक मैं आप बेनती करा, जिहड़ी गुरु जी दी नाम दृढ़ कराने की खेड है ना, उन्होंने समझिए। असी गुरु तेग बहादुर साहब तक दा गल करने हैं। मैं पिछले दिन भी कहा कि जदों अमृत दी दात गुरु ग्रंथ साहब की हजूरी च पंज प्यारे साहब करनी कमाणी वाले गुरसिख देंदे ने ना, उस वक्त आपनू पता है अमृत छका के नाम दृढ़ करांदे ने। ओही रीत चलदी पई है। उदों सतगुरु इकल्ले तन विच देंदे हुंदे सन चरण पौल, ते 10वें पातशाह जी ने कह दिता भाई अज तो बाद गुरु ग्रंथ साहब की हजूरी ते जिथे पंज गुरु के सिख इकट्ठे होके मर्यादा वाले अमृत संचार करनगे, नाम दृढ़ कराणगे, ये गुरु वालों नाम बख्शिश किया जाता है। हजूर ने फरमाया भाई
कि सतगुरु ने नाम दृढ़ करा दिता। जन्म जन्म के किलविक दुख उतरे गुरनाम दियो रिन लाथा। जेड़ा वाहिगुरु जी नूं भुल्लण दा करजा सी जी वो उतर गया है। मेरे मन भज राम नाम सब अर्था। अगे साहब कह रहे ने मेरे मन, गुरु रामदास जी, मेरे मना भज दा अर्थ है सिमरन कर। मेरे मन भज राम नाम, ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੈ, ਜਿਹਨੂੰ ਰਤਨ ਕਹੇ। ਭਜ ਰਾਮ ਨਾਮ ਸਭ ਅਰਥਾ। ਇੱਥੇ ਸਭ ਦਾ ਅਰਥ ਹੈ ਸਾਰੇ, ਤੇ ਅਰਥਾਂ ਦਾ ਲਫ਼ਜ਼ੀ ਅਰਥ ਆ ਅਰਥ ਨਹੀਂ ਹੈਗੇ, ਮੀਨਿੰਗ ਨਹੀਂ ਹੈਗਾ, ਮਹਿਣਾ ਨਹੀਂ ਹੈਗਾ ਅਰਥ। ਇੱਥੇ ਅਰਥਾਂ ਦਾ ਅਰਥ ਹੈ ਪਦਾਰਥ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਤੂੰ ਜਿੰਨੇ ਵੀ ਪਦਾਰਥ ਚਾਹੁੰਦਾ ਮੈਨੂੰ ਆਹ ਦਾਤ ਮਿਲ ਜਾਏ। मेरे मना तू सतनाम वाहिगुरु जपिया कर, ओदे नाम विच ही सारे पदार्थ ने, वो सब कुछ देने वाले ने। मेरे मन सो ऐसा कर नाम ध्याइए मन मेरे, जो सबना ऊपर हुक्म चलाए। सब अर्थ है ना जी, केड़ी चीज़ है जिहड़ी नाम विच नहीं जी। जिथे नाम आ गया समझो, कल भी मैं क्या, जिथे नाम आ गया उत्थे नामी आ गया। सो ऐसा हर ध्याइए मन मेरे, जो सबना ऊपर हुक्म चलाए। सो ऐसा हर नाम जपिए मन मेरे, जो अंति अवसर ले छड़ाए। सो ऐसा हर नाम जपिए मन मेरे, जो मन की तृष्णा सब भुख गवाए। सो गुरमुख नाम जपिया वडभागी, तिन निंदक दुष्ट सब पैरी पाए। नानक नाम आराध सबना ते वड्डा, सब नाम अगे आन निवाए। इच्छा पूरक सर्ब सुख दाता हर। मेरे मन भज राम नाम सब अर्थ। सब पदार्थ देने वाला नाम है। इच्छा पूर्वक सर्व सुख दाता हर, जाकै वस है काम ते ना। सो ऐसा हर ध्याइए मेरे जियड़े, राम नाम सब अर्था। सो ऐसा हर ध्याइए मेरे जियड़े, ता सर्व सुख पावे मेरे मना। जप मन सतनाम सदा सतनाम, हलत पलत मुख उजल होई है। मैं बेनती करांगा उस नाम नूं जिहदे विच सारे पदार्थ ने। महाराज कहंदे ने मेरे मन भज, सिमरन वाहिगुरू नूं, राम नाम जप, जिहड़ा सारे पदार्थ देण वाला है। गुरपूरै हर नाम दृढ़ाया। पूरे सतगुरां ने नाम दृढ़ करा दिता, क्योंकि गुर प्रसाद तो बिना नाम दृढ़ नहीं हुंदा। पूरे सतगुरु ने नाम दृढ़ कराया है। बिन नावै जीवन बिरथा। नाम तो बिना गुरमुखो कोई जिंदगी नहीं। ठीक है, बंदा जो मर्जी कही जाए मैं आ कमा लिया, आ कमा लिया। दास ने एक दिन अर्ज की सी जी, श्री राग दे पहले शब्द विच ना गुरु नानक साहब दे चार ही पदे ने ते चार चार गल्लां दा जिक्र कीता है। उस विच विभूतियां ने, पैसा है, ऐश्वर्य, सब कुछ किया। जरा मोती तो मंदिर उछल, पर रहाओ दी तुक है। हर बिन जियो जल बल जाओ, मैं अपना गुरपूछ देखा अवर नाही था। ना बिना जो पैरा खाए, जो कुकर जूठन मैं पाए। ना बिना जेता व्यवहार, जो मृतक मिथ्या श्रृंगार। महाराज कहते नाम ही सब कुछ देने वाला है। नाम तो बिना जीवन व्यर्थ है। रहाऊ। ये सतगुरां ने दो तुकां रहाऊ दियां बख्शिश कीतियां हन। बिन गुर मूड़ भये है मन मुख। सतगुरु कहंदे ने बिना गुरु तो जेड़े मूर्खता ही करदे आ। नहीं जी, गुरु दी की लोड़, सतगुरु दी की लोड़। सतगुरु कहंदे ने वो मनमुख ने ते मूर्खताई करदे हन। ते मोह माया नित फाथा। सच वे ओ बंदे मोह दे विच, माया दे विच फसे होए हन। तिन साधु चारण न सेवे कबहू। उन्हां ने अपनी जिंदगी विच कदी भी समर्थ सतगुरु दे चरनां नूं, ਉਹਦੇ ਸ਼ਬਦ ਨੂੰ ਸੇਵਨਾ ਨਹੀਂ ਕੀਤਾ। ਤਿੰਨ ਸਭ ਜਨਮ ਅਕਾਥਾ। ਤੇ ਇਹੋ ਜਿਹੇ ਮਨਮੁਖ ਬੰਦਿਆਂ ਦਾ ਜਿਹੜਾ ਜਨਮ ਹੈ ਉਹ ਅਕਾਰਤ ਚਲਾ ਜਾਂਦਾ ਹੈ। ਫਿਰ ਅਰਜ਼ ਹੈ ਗੁਰੂ ਤੋਂ ਬਿਨਾ ਪਾਰ ਉਤਾਰਾ ਨਹੀਂ ਗੁਰਮਖੋ। ਆਪਾਂ ਆਸਾ ਕੀ ਵਾਰ ਦਾ ਜਿਹੜੀ ਪਹਿਲੀ ਪੌੜੀ ਦਾ ਤੀਜਾ ਸ਼ਲੋਕ ਹੈ ਨਾ,
ਉਹ ਇਸੇ ਤੁਕ ਦੀ ਸਮਝੋ ਵਿਆਖਿਆ ਹੋ ਜਾਏਗੀ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਮਨ ਕਰਕੇ ਚਲਾਕ ਬੜੇ ਨੇ, ਪਰ ਗੁਰੂ ਨੂੰ ਚੇਤੇ ਨਹੀਂ ਕਰਦੇ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਛੁੱਟੈ ਤਿਲ ਬੁਵਾੜ ਜਿਉ ਸੁਣਿਆ ਅੰਦਰ ਖੇਤ, ਖੇਤੈ ਅੰਦਰ ਛੁੱਟਿਆਂ ਕਉ ਨਾਨਕ ਸੌ ਨਾਹ। ਫਲੀਆਂ ਫੁੱਲੀਆਂ ਬਪੜੇ ਭੀ ਤਨ ਵਿੱਚ ਸੁਆਹ। ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਜਿਵੇਂ ਬੁਵਾੜ ਤਿਲ ਨੇ, ਉਹਨਾਂ ਨੂੰ ਪਾਣੀ ਵੀ ਮਿਲਿਆ, ਖਾਦ ਵੀ ਮਿਲੀ, ਰੋਸ਼ਨੀ ਮਿਲੀ, ਪਰ ਜਦੋਂ ਸਾਈਂ ਦੇ ਘਰ 'ਚ ਪ੍ਰਵਾਨ ਖੂਨ ਦੀ ਗੱਲ ਆਈ, ਉਹ ਅੰਦਰੋਂ ਸੱਚੀ ਮੁੱਚੀ ਸਵਾਹ ਸੀ, ਬੁਵਾੜ ਸਨ। ਪਿਆਰਿਓ, ਸਭ ਕੁਝ ਮਿਲ ਜਾਏਗਾ ਦੁਨੀਆ ਦਾ। ਜਿੱਦਣ ਵਾਹਿਗੁਰੂ ਦੀ ਦਰਗਾਹ ਵੀ ਜਾਣ ਦੀ ਗੱਲ ਚੱਲੀ ਨਾ, ਗੁਰੂ ਤੋਂ ਬਿਨਾਂ ਫਿਰ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਸੜੇ ਹੋਏ ਤਿਲ ਹੁੰਦੇ ਆ। ਮਹਾਰਾਜ ਕਹਿੰਦੇ ਨੇ ਮਨਮੁਖ ਬੰਦੇ ਮੂਰਖਤਾ ਹੀ ਕਰਦੇ ਆ। ਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਨਹੀਂ ਸੇਵੇ, ਉਹ ਮੋਹ ਮਾਇਆ ਵਿੱਚ ਖਚਤ ਹਨ। ਜਿਨ ਸਾਧੂ ਚਰਨ ਸਾਧ ਪਗ ਸੇਵੇ। ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰਾਂ ਵਿੱਚ, ਤੇ ਸਾਧੂ ਚਰਨ ਦੇ ਅਰਥ ਸਤਿਗੁਰੂ ਕਰ ਰਿਹਾ ਹਾਂ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਨੂੰ ਸੇਵਨਾ ਕੀਤਾ, ਤੇ ਸਤਿਗੁਰੂ ਦੇ ਚਰਨ ਨੇ ਗੁਰੂ ਕਾ ਸ਼ਬਦ, ਉਹਨੂੰ ਯਾਦ ਕੀਤਾ ਹੈ। ਤਿਨ ਸਫਲਿਓ ਜਨਮ ਸਨਾਥਾ। ਉਹਨਾਂ ਦਾ ਜਨਮ ਸਫਲ ਹੈ, ਤੇ ਉਹ ਸਨਾਥਾ ਖਸਮ ਵਾਲੇ ਨੇ, ਮਾਲਕ ਵਾਲੇ ਹਨ। ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ। ਮੋਕੋ ਕੀਜੈ ਦਾਸ ਦਾਸ ਦਾਸਨ ਕੋ। ਹਜ਼ੂਰ ਸ਼ਬਦ ਵਰਤ ਰਿਹਾ ਕਿ ਮੈਨੂੰ ਤੁਸੀਂ ਆਪਣਾ ਦਾਸ, ਉਹਨਾਂ ਦਾ ਇੱਕ ਦਾਸ, ਦਾਸ ਦਾ ਅੱਗੋਂ ਦਾਸ ਤੀਜੀ ਥਾਂ ਤੇ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ। ਕਿੱਡੀ ਵੱਡੀ ਨਿਰਮਾਨਤਾ ਹੈ ਜੀ। ਇਹ ਸੱਚੇ ਪਾਤਸ਼ਾਹ, ਇੰਨੀ ਨਿਰਮਾਨਤਾ ਧੰਨ ਗੁਰੂ ਅਮਰਦਾਸ, ਇਹ ਰਾਮਦਾਸ ਮਹਾਰਾਜ ਜੀ 'ਚ। ਉਹਨਾਂ ਦਾ ਬਚਨ ਅਸੀਂ ਰੋਜ਼ ਪੜ੍ਹਨੇ ਆ, ਖਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਅਸੀਂ ਗਰੀਬ ਖਾਂ, ਅਸੀਂ ਮਸਕੀਨ ਖਾਂ। ਅੱਤ ਦੇ ਨਿਮਰਤਾ ਦੇ ਬੋਲ, ਇਹ ਕੇਵਲ ਵਿਖਾਵੇ ਦੇ ਬੋਲ ਨਹੀਂ ਕਿ ਮੈਂ ਤੁਹਾਡਾ ਦਾਸ ਹਾਂ। ਮਹਾਰਾਜ ਕਹਿੰਦੇ ਨੇ ਕਿ ਮੈਂ ਦਾਸ ਤੁਹਾਡੇ ਜਿਹੜੇ ਨੇ ਉਹਨਾਂ ਦਾ ਦਾਸ, ਉਸ ਤੋਂ ਅੱਗੇ ਉਹਨਾਂ ਦਾ ਦਾਸ। ਮੇਰੇ ਤੇ ਮਿਹਰ ਕਰੋ ਮਾਲਕ ਜੀ। ਤੁਕ ਦੁਬਾਰਾ ਪੜੋ। ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ। ਮਾਲਕ ਜੀ ਮੇਰੇ ਤੇ ਕਿਰਪਾ ਕਰੋ, ਆਪਣੇ ਦਾਸ, ਉਹਨਾਂ ਦੇ ਦਾਸ, ਅੱਗੋਂ ਉਹਨਾਂ ਦੇ ਦਾਸ। ਗੁਰਮੁਖੋ, ਨਿਮਰਤਾ ਵਰਗਾ ਹਥਿਆਰ ਕੋਈ ਨਹੀਂ। ਨਿਮਰਤਾ ਇੱਕ ਹੈ ਕਪਟ ਵਿੱਚੋਂ ਨਿਕਲਿਆ ਹੋਇਆ ਝੁਕਣਾ, ਇੱਕ ਹੁੰਦਾ ਸੱਚੀ ਮੁੱਚੀ ਧੁਰ ਅੰਦਰੋਂ ਨਿਕਲੇ ਕੋਈ ਜੀਵਨ। ਇਸ ਨੂੰ ਫਿਰ ਸੁਣਿਓ, ਗੁਰਬਾਣੀ ਨੇ ਜਿਹੜੀ ਵਿਖਾਵੇ ਦੀ ਨਿਮਰਤਾ ਹੈ ਉਹਨੂੰ ਕਦਾਚਿਤ ਵੀ ਸਵੀਕਾਰ ਨਹੀਂ ਕੀਤਾ। ਮਹਾਰਾਜ ਜੀ ਦਾ ਬਚਨ ਹੈ, ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਹ। ਝੁਕ ਤਾਂ ਸ਼ਿਕਾਰੀ ਵੀ ਰਿਹਾ ਹੈ, ਪਰ ਉਸ ਝੁਕਣੇ ਨੂੰ ਪ੍ਰਵਾਨ ਕੀਤਾ ਜਿਹੜਾ ਧੁਰ ਅੰਦਰ ਤੋਂ ਹੋਵੇ। ਗੁਰੂ ਰਾਮਦਾਸ ਕਹਿੰਦੇ ਨੇ ਆਪਣੇ ਦਾਸ, ਤੁਹਾਡੇ ਦਾਸਾਂ ਦੇ ਅੱਗੇ ਦਾਸ, ਤੀਜੀ ਥਾਂ ਤੇ ਜਿਹੜੇ ਦਾਸ ਨੇ ਮੈਨੂੰ ਉਹਨਾਂ ਦਾ ਸੇਵਕ ਬਣਾ ਦਿਓ। ਹਰ ਦਇਆ ਧਾਰ ਜਗਨਨਾਥਾ। ਜਗਤ ਦੇ ਮਾਲਕ ਵਾਹਿਗੁਰੂ ਜੀ, ਇਹ ਮੇਰੇ ਤੇ ਦਇਆ ਕਿਰਪਾ ਕਰੋ। ਹਮ ਅੰਧੁਲੇ ਗਿਆਨਹੀਨ ਅਗਿਆਨੀ। ਹਮ ਅੰਧੁਲੇ, ਸਾਨੂੰ ਨਜ਼ਰ ਕੁਝ ਨਹੀਂ ਆ ਰਿਹਾ, ਗਿਆਨ ਤੋਂ ਹੀਣੇ ਆ, ਤੇ ਸਾਡੇ ਚਕਸ਼ੂ ਇਹਨਾਂ ਨੂੰ ਕੁਛ ਨਹੀਂ ਦਿਸਦਾ। ਕਿਉਂ ਚਾਲ ਹੈ ਮਾਰਗ ਪੰਥਾ। ਜਦੋਂ ਗਿਆਨ ਤੋਂ ਕੀਣੇ ਅਗਿਆਨੀ ਖਾਂ, ਅੰਨੇ ਖਾਂ, ਇਹ ਅਰਥ ਕਰਨ ਲਈ ਮੈਂ ਵਰਤ ਰਿਹਾ, ਪਰ ਮੈਂ ਗੁਰੂ ਰਾਮਦਾਸ ਜੀ ਨੇ ਉਹ ਤੇ ਸਮਰੱਥ ਨੇ ਜੀ। ਇਸੇ ਕਰਕੇ ਨਿਮਰਤਾ 'ਚ ਕਰਨ, ਖਮ ਅੰਧਲੇ ਗਿਆਨਹੀਨ ਅਗਿਆਨੀ। ਕੁਝ ਨਹੀਂ ਨਜ਼ਰ ਆ ਰਿਹਾ, ਗਿਆਨ ਤੋਂ ਕੀਣੇ ਖਾਂ। ਕਿਉਂ ਚਾਲ ਹੈ ਮਾਰਗ ਪੰਥਾ। ਕਿਉਂ ਚਾਲ ਮਾਰਗ ਪੰਥਾ, ਕਿਵੇਂ ਚੱਲਾਂਗੇ ਜੀ? ਜਿਹੜਾ ਰਸਤਾ ਪਰਮੇਸ਼ਵਰ ਦੇ ਘਰ ਨੂੰ ਜਾ ਰਿਹਾ, ਸਾਨੂੰ ਦੇਸੀ ਕੁਝ ਨਹੀਂ ਰਿਹਾ, ਇਸ ਮਾਰਗ ਤੇ ਕਿਵੇਂ ਚੱਲੀਏ? ਹਮ ਅੰਧਲੇ ਕਉ ਗੁਰ ਅੰਚਲ ਦੀਜੈ। ਹਮ ਅੰਧਲੇ ਕਉ ਗੁਰ ਅੰਚਲ ਦੀਜੈ। ਸਾਨੂੰ ਅੰਨਿਆਂ ਨੂੰ, ਅੰਚਲ ਦਾ ਅਰਥ ਹੈ ਜੀ ਪੱਲਾ, ਲੜ ਪਕੜਾਣਾ। ਹੇ ਸਤਿਗੁਰੂ, ਆਪਣਾ ਲੜ ਪਕੜਾ ਦਿਓ।
ਆਪਣਾ ਪੱਲਾ ਪਕੜਾ ਦਿਓ। ਜਨ ਨਾਨਕ ਚਲਹਿ ਮਿਲੰਥਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਦਾਸ ਨਾਨਕ ਨਿਮਰਤਾ ਸਹਿਤ ਅਸੀਂ ਮਿਲ ਕੇ ਚੱਲ ਸਕੀਏ, ਆਪ ਜੀ ਦੇ ਪਿੱਛੇ ਚੱਲ ਸਕੀਏ, ਸਾਨੂੰ ਆਪਣਾ ਲੜ ਪਕੜਾ ਦਿਓ। ਜਿਵੇਂ ਸਤਿਗੁਰਾਂ ਨੇ ਇੱਥੇ ਕਿਹਾ, ਇੱਕ ਮਹਾਰਾਜ ਦਾ ਬਚਨ ਹੋਰ ਜੀ, ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ ਖਮ ਲਾਵੈ ਆਪਨ ਪਾਲੀ। ਖਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲਾ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਾ ਮਿਲੰਥਾ। ਉੱਥੇ ਹਜ਼ੂਰ ਬਚਨ ਕਰ ਰਹੇ ਆ, ਬੇਨਤੀ ਕਰ ਰਹੇ ਆ, ਕਿਵੇਂ ਪੱਲਾ ਪਕੜੀਏ ਜੀ। ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ ਖਮ ਲਾਵੈ ਆਪਨ ਪਾਲੀ। ਲੜ ਪਕੜਾਓ, ਅੱਗੇ ਉੱਤਰ ਬਖਸ਼ ਦਿਆ। ਗੁਰਸਿੱਖ ਮੀਤ ਐ ਮਿੱਤਰ ਗੁਰਸਿੱਖ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਲੜ ਪਕੜਨਾ ਨਾ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਅੱਜ ਇੱਕ ਮਹਾਨ ਗੁਰਸਿੱਖ ਦਾ ਜਨਮ ਦਿਹਾੜਾ ਹੈ ਜੀ। ਇੱਕ ਤਾਂ ਉਹਨਾਂ ਦੇ ਜਨਮ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ। ਉਹ ਮਹਾਨ ਗੁਰਸਿੱਖ ਜਿਹਨੂੰ ਅਰਦਾਸ ਜੀ ਰੋਜ਼ ਯਾਦ ਕਰਨੇ ਆ, ਖੋਪਰੀਆਂ ਲੁਹਾਈਆਂ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਜੀ। ਸੁਣਿਓ, ਆਪ ਜੀ ਦੇ ਨੇੜੇ ਹੀ ਪਿੰਡ ਪੋਲਾ ਵਿਖੇ ਸਨਮਾਨਯੋਗ ਬਾਬਾ ਜੋਧ ਸਿੰਘ ਜੀ ਦੇ ਘਰ ਵਿੱਚ, ਭਾਈ ਜੋਧ ਸਿੰਘ ਦੇ ਘਰ 'ਚ ਉਹਨਾਂ ਦਾ ਜਨਮ ਹੁੰਦਾ ਹੈ। ਇਤਿਹਾਸ ਕਹਿੰਦਾ ਪਿਤਾ ਜੀ ਸ਼ਹੀਦ ਹੋ ਗਏ। ਇਹਨਾਂ ਦੇ ਇੱਕ ਭੈਣ ਸਨ ਜਿਨ੍ਹਾਂ ਦਾ ਨਾਮ ਬੀਬੀ ਤਾਰੋ ਸੀ। ਉਸ ਸੰਬੰਧੀ ਇੱਕ ਵਿਦਵਾਨ ਨੇ ਤਾਂ ਇਹ ਵੀ ਲਿਖਿਆ ਹੈ ਕਿ ਉਸ ਬੀਬੀ ਦਾ ਸਾਈਂ ਵੀ ਪੂਰਾ ਹੋ ਚੁੱਕਾ ਸੀ, ਭੈਣ ਭਰਾ ਇਕੱਠੇ ਰਹਿੰਦੇ ਸਨ। ਭਾਈ ਤਾਰੂ ਸਿੰਘ 25 ਸਾਲ ਦੀ ਉਮਰ 'ਚ ਸ਼ਹੀਦ ਹੋਏ ਨੇ ਜੀ। ਉਹ ਇੰਨੀ ਕਰਨੀ ਕਮਾਣੀ ਵਾਲੇ ਗੁਰਸਿੱਖ ਸਨ, ਆਪਣੇ ਹੱਥੀਂ ਕਿਰਤ ਕਰਦੇ ਸਨ, ਕੀਰਤਨ ਕਰਦੇ ਸਨ, ਪਾਠ ਕਰਦੇ ਸਨ, ਤੇ ਸਭ ਤੋਂ ਵੱਡੀ ਉਹਨਾਂ ਦੀ ਜਿਹੜੀ ਸੰਗਤ ਦਾ ਉਹ ਸੀ ਉਹਨਾਂ ਦੀ ਮਾਂ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀਨ ਦੁਖੀਆਂ ਦਾ ਦਰਦ ਵੀ ਖਾਰਦੇ ਸਨ। ਸੱਚ ਇਹ ਵੇ, ਪੰਥ ਪ੍ਰਕਾਸ਼ ਵਿੱਚ ਲਿਖਿਆ, ਆਪ ਸਹਿਬੋ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਆਪ ਉਹ ਤਨ ਤੇ ਸਾਦੇ ਕੱਪੜੇ ਪਾਉਂਦੇ ਨੇ ਤੇ ਸਿਆਲ ਨੂੰ ਗਰਮ ਕੱਪੜੇ ਸਿੰਘਾਂ ਨੂੰ ਜਾ ਕੇ ਦਿੰਦੇ ਸਨ। ਜਦੋਂ ਸਿੰਘਾਂ ਦਾ ਪੱਤਾ ਪੱਤਾ ਵੈਰੀ ਸੀ, ਆਪ ਰੁੱਖੀ ਮਿੱਸੀ ਖਾਂਦੇ ਸਨ। ਦੋਵੇਂ ਭੈਣ ਭਰਾ ਜੰਗਲ ਵੀ ਜਾ ਕੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦੇ ਸਨ। ਤੇ ਦੇਖੋ, ਉਸ ਮਹਾਨ ਗੁਰਸਿੱਖ ਨੂੰ ਅਸੀਂ ਰੋਜ਼ ਯਾਦ ਕਰਨੇ ਆ। ਤੇ ਉਹਨਾਂ ਦੀ ਕਮਾਈ, ਮੈਂ ਇੱਕ ਵਾਰ ਕਿਹਾ ਸੀ ਜੀ, ਕੁਝ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਜਨਮ ਦਿਹਾੜਾ ਵੀ ਮਨਾਓ। ਤਾਰੂ ਸਿੰਘ ਜੀ ਦਾ ਜਨਮ ਦਿਹਾੜਾ, ਪਰ ਸ਼ੁਰੂਆਤ ਮੈਂ ਵੀ ਤਾਂ ਇਹ ਤੋਂ ਕੀਤੀ ਹੈ ਜਿਨਨੇ ਖੋਪਰੀ ਲਵਾਈ ਹੈ, ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਕਰਨੇ ਆ। ਤੇ ਇੰਨੇ ਬਚਨ ਕੇ ਬਲੀ ਸਨ ਜੀ, ਖੋਪਰੀ ਉਤਰ ਗਈ। ਵੇਖੋ, ਜਦੋਂ ਤੁਰੇ ਸਨ, ਇਹ ਇਕੱਲੇ ਸਿੱਖ ਨਹੀਂ, ਕਹਿੰਦੇ ਪੂਰੇ ਦਾ ਪੂਰਾ ਪੋਲਾ ਪਿੰਡ, ਕੀ ਮੁਸਲਮਾਨ ਕੀ ਹਿੰਦੂ, ਹਰ ਬੰਦਾ ਭਾਈ ਤਾਰੂ ਸਿੰਘ ਜੀ ਨੂੰ ਪਿਆਰ ਕਰਦਾ ਸੀ। ਜਿਸ ਵਕਤ ਇਹ ਫੌਜੀ ਦਸਤਾ ਆਇਆ, ਹਕੂਮਤ ਦੇ ਆਏ ਨੇ ਲਾਹੌਰ ਤੋਂ ਗ੍ਰਿਫਤਾਰ ਕਰਨ, ਭਾਈ ਸਾਹਿਬ ਖੇਤਾਂ 'ਚ ਹਲ ਵਾਹ ਰਹੇ ਸਨ, ਘਰ ਆ ਗਏ, ਪਿੰਡ ਸਾਰਾ ਇਕੱਠਾ ਹੋ ਗਿਆ। ਇੱਥੋਂ ਤੱਕ ਕਿ ਬੀਬੀ ਤਾਰੋ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਸੀ। ਉਸ ਵਕਤ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ, ਚਲੋ ਮੈਂ ਜ਼ਿਕਰ ਕਰ ਦੇਣਾ, ਉਹ ਕਹਿੰਦੇ ਨੇ ਜਦੋਂ ਅੱਗੇ ਵਧੇ, ਉਸ ਵਕਤ ਕੀ ਹਿੰਦੂ ਕੀ ਮੁਸਲਮਾਨ, ਅੱਗੇ ਨੌਜਵਾਨ ਛਾਤੀਆਂ ਤਣ ਕੇ ਖਲੋ ਗਏ ਫੌਜੀ ਦਸਤੇ ਦੇ। ਕਹਿਣ ਲੱਗੇ, ਇਸ ਮਾਂ ਨੂੰ, ਇਸ ਭੈਣ ਵੱਲ ਹੱਥ ਮਤ ਕਰਿਓ, ਇਹ ਇਕੱਲੇ ਤਾਰੂ ਸਿੰਘ ਦੀ ਮਾਂ ਤੇ ਭੈਣ ਨਹੀਂ, ਇਹ ਪੂਰੇ ਪਿੰਡ ਦੀ ਮਾਂ ਤੇ ਭੈਣ ਹੈ। ਤੁਸੀਂ ਦੇਖੋ ਇੰਨੀ ਮੁਹੱਬਤ। ਭਾਈ ਸਾਹਿਬ ਇੱਥੋਂ ਉਹਨਾਂ ਨੂੰ ਲੈ ਕੇ ਪੜ੍ਹਾਣੇ ਜਾਂਦੇ ਆ ਅੱਗੇ, ਜਦੋਂ ਫੌਜੀ ਦਸਤਾ, ਤੇ ਉੱਥੇ ਨੌਜਵਾਨ ਇਕੱਠੇ ਹੁੰਦੇ ਆ, ਫੌਜੀ ਦਸਤਾ ਖਤਮ ਕਰਕੇ ਭਾਈ ਸਾਹਿਬ ਨੂੰ ਛਡਾ ਲਈਏ। ਤੇ ਉੱਥੇ ਬਜ਼ੁਰਗ ਸਿਆਣਾ ਕਹਿੰਦਾ ਵੀ ਪਹਿਲਾਂ ਪੁੱਛ ਤੇ ਲਓ ਭਾਈ ਸਾਹਿਬ ਤੋਂ,
जदों भाई साहब जी ने पूछा, भाई तारू सिंह जी ने, कह लगे मैनू छड़ा लोगे, जुल्म की हनेरी रुकनी नहीं, एक काम करो, मैनू इन्हां ने तां पकड़िया, मैं गुरसिखां नू प्रशादा छकाना, तुसी घर घर विच लोहा बाल दिओ कि कोई गुरसिख जिहड़ा आज़ादी लई लड़ रहा वो भुखा ना रहे। प्यारिओ, जाके पहला इन्हां नू चरखड़ी ते चाढ़िया सी, ये आप जी नू पता होना है, इकल्ला शाबेज सिंह इन्हां नू चरखड़ी ते घमाया सी पूरा बन के। फिर बेनती सुनो कि इन्हां दे मन च आउणा जी चरखड़ियां ते वो चढ़े, वो उन्हां दी खड्डियां सच्ची मुच्ची टुटियां भी, पर अकाल अकाल क्या। जदों जकरिया ने कहा कि तू इस्लाम कबूल कर, भाई तारू सिंह कहंदे ने इक्को आवाज़ दिती, हे गुरु गोबिंद सिंह किरपा करी मेरी सिक्खी केसां सुआसां नाल लिभ जाए। केस शब्द सुन के तड़फ उठिया, उन्हें कहा सिखा तेरे केस मैं जुत्ती नाल उड़ा देंगा। कमाई वाले गुरसिख ने कहा चेते रखी, तू की उड़ाने ने, मैं तेन जुत्ती नाल अपने अगे ला के ले जावांगा। भाई तारू सिंह, उन्हां दी खोपरी उतारी गई। उतारी किवें? आ मत्था है जी, रतन सिंह पंगू लिखदा, पैनी थी रंबी करी, धर मथ है दई दबाए, मत्थे ते कन्ना तोड़ी, गीचियों दई पटाए। फिर बिनती, मत्थे ते रख के थले पहला आ पासा लाया कन तक, फिर पिछला, फिर गीची दे उत्ते जदों रंबी मार के भाई साहब कई दिन खोपड़ी तो बिना रहे जी। रामगढ़िए सिंह अपनी धर्मशाला च ले गए, सिर दे उत्ते कड़ाई बन्नी भाई साहब दे, कई दिन खोपड़ी तो बिना रहे सी। आम तौर पर इस गल नूं आधुनिक विधान नहीं सिद्धांते भी वो जकरीए नूं जिहड़ा बन पै गया सी पेशाब दा, पर रतन सिंह भंगू वार वार जिक्र कर रहे, ज्ञानी ज्ञान सिंह कर रहे ने, भाई साहब की जुत्ती उहदे सिर च वजदी रही। जिस दिन उहदी मौत हुई उस दिन भाई साहब जी ने कहा हुण असी भी चले जाना है। तो जिस जगह ते मैं प्रूफ समेत कह रहा, उन्हें कहा मैं चलाना करना है। माँ मेरी मैनू अमृतसर के सरोवर च इशनान करांदी सी, तुसी अमृतसर तो जल लै आओ, मैं इशनान करके अपना चोला त्यागांगा। इत्थों जल गया, भाई साहब ने इशनान किया, जपजी साहब का पाठ किया, पंजा ने फिर अरदास की। जदों अरदास करके मत्था टेकिया, भाई साहब शहादत का जाम पी गए। अज उस महान गुरसिख का जन्म दिहाड़ा है, तो जिथों तक मेरी आवाज़ जाती है मैं भुला ना। कहते एक बारी कोई आया सी वेखन बाहरों सज्जन, उन्हें भाई तारू सिंह की जिहड़ी तस्वीर सी ध्यान नाल देखी, क्योंकि भाई साहब की जिहड़ी तस्वीर पिछा इस तरह हथ करके इस तरह बैठे सन, बन्निया नहीं। उन्हें क्या बनो ना, कहते उस तस्वीर देखी। उस राइटर ने नाल लंघदे नौजवान मुंडे भी देखे, पूछा तुसी कौन? कहते असी सिख। कहन लगे तुसी सिख हो, आ तस्वीर तुहानू बोल के कोई दस नहीं रही, किनू वेखण आए हो, ये कौन है? उन्हें कहा जी ये भाई तारू सिंह है, इन्हें खोपड़ी दे दी, केस नहीं कतल होने दिते। कहन लगे तुसी अपने मूँह ते सिर वाल झाती मारो, तुहानू तस्वीर नहीं वेखनी चाहिए। मैं तुहानू एक बेनती करांगा खालसा जी, मेरी बेनती जे जदों केसां नूं हथ पवांदे हो ना, सच्ची मुच्ची भाई तारू सिंह की रूह कुरलांदी होवेगी, क्योंकि उन्हें सिक्खी की खातर अपनी खोपरी लवा दी। उस महान गुरसिख नूं आपां याद करने पे हाँ। उन्हां दा भी उन्हां दे जन्मदिन की मैं बधाई देंगा जी। 25 साल का नौजवान, मापियां दा कला कला पुत्र, किरत करने वाले ऐसे भाई साहब जी के जीवन की भी आप जी नूं बधाई। आओ जी सतगुरु जी की किरपा नाल आप 2 मिनट नाम जप लीए जी, क्योंकि रोज़ रूटीन च चल रहा है। कल नूं सतगुरां दा आगमन पुरब है जी। आप सारे वध चढ़ के आओ, सतगुरु गुरु रामदास जी दियां खुशियां लईए। अज नगर कीर्तन भी है, नगर कीर्तन विच भी हाज़री भरी जानी है। आओ करो किरपा गुरु रामदास चरण शरण विच बैठ के सारे बोलो जी, सतनाम वाहे गुरु, सतनाम वाहे गुरु, सतनाम
ਸਤਨਾਮ ਵਾਹਿਗੁਰੂ 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 ਸਾਰੇ ਕਿਰਪਾ ਕਰੋ ਸਤਨਾਮ ਵਾਹਿਗੁਰੂ 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 ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ ਦੇ ਅੰਮ੍ਰਿਤ ਬਚਨ ਦੀ ਵਿਚਾਰ ਕਰਦਿਆਂ ਕਥਾ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਾਧ ਸੰਗਤ ਬਖਸ਼ ਦੇਣਾ। ਆਓ ਸਤਿਗੁਰਾਂ ਜੀ ਦੇ ਇਸ ਸ਼ਬਦ ਦੇ ਅੰਤਲੇ ਬਚਨ ਭਾਈ ਸਾਹਿਬ ਤੋਂ ਸਰਵਨ ਕਰੀਏ ਜੀ। ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।